सतनाम श्री वाहिगुरु, सतनाम श्री वाहिगुरु। वाहिगुरु जी का खालसा, वाहिगुरु जी की फतेह जी। कोटन कोट शुकराना है परमात्मा का, जिसने सानू इस कार्य ਨੂੰ ਸੰਪੂਰਨ ਕਰਨ ਦਾ ਉਦਮ ਬਖਸ਼ਿਆ ਹੈ। ਅਸੀਂ ਧੰਨਵਾਦੀ ਹਾਂ ਆਪਣੇ ਸਤਿਕਾਰਤ ਮਾਤਾ ਪਿਤਾ, ਸਮੂਹ ਪਰਿਵਾਰਕ ਮੈਂਬਰਾਂ ਅਤੇ ਉਹਨਾਂ ਸਭ ਪਿਆਰ ਕਰਨ ਵਾਲੀਆਂ ਰੂਹਾਂ ਦੇ, ਜਿਨ੍ਹਾਂ ਦੇ ਪਿਆਰ ਦੀ ਬਦੌਲਤ ਹੀ ਅਸੀਂ ਇਹਨਾਂ ਰਾਹਾਂ ਤੇ ਤੁਰਨ ਦਾ ਉਪਰਾਲਾ ਕੀਤਾ ਹੈ। ਅਸੀਂ ਧੰਨਵਾਦੀ ਹਾਂ ਆਪਣੇ ਸਤਿਕਾਰਤ ਨਾਟ ਗੁਰੂਦੇਵ ਤੇ ਉੱਘੇ ਨਾਟਕਕਾਰ ਸਰਦਾਰ ਜੀਤ ਬਾਵਾ ਜੀ ਅਤੇ ਉਹਨਾਂ ਸਭ ਮਹਾਨ ਹਸਤੀਆਂ ਦੇ, ਜਿਨ੍ਹਾਂ ਤੋਂ ਕਲਾ ਦੀਆਂ ਬਰੀਕੀਆਂ ਸਮਝ ਕੇ ਹੀ ਅਸੀਂ ਇੱਥੋਂ ਤੱਕ ਪਹੁੰਚਣ ਦੇ ਸਮਰੱਥ ਹੋਏ ਹਾਂ। ਅਸੀਂ ਧੰਨਵਾਦੀ ਹਾਂ ਦੇਸਾਂ ਪ੍ਰਦੇਸਾਂ ਵਿੱਚ ਵਸਦੇ ਆਪਣੇ ਪਿਆਰੇ ਦਰਸ਼ਕਾਂ, ਸਭਾ ਸੁਸਾਇਟੀਆਂ ਅਤੇ ਉਹਨਾਂ ਸਭ ਅਗਾਂਹਵਧੂ ਇਨਸਾਨਾਂ ਦੇ, ਜਿਨ੍ਹਾਂ ਨੇ ਸਮੇਂ-ਸਮੇਂ ਸਾਨੂੰ ਆਪਣੀਆਂ ਸ਼ੁਭ ਇਸ਼ਾਵਾਂ ਭੇਜ ਕੇ ਜਾਂ ਆਪਣੇ ਇਲਾਕੇ ਵਿੱਚ ਸਭਾਵਾਂ ਬਣਾ ਕੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਵਿੱਢੇ ਸੰਘਰਸ਼ ਨੂੰ ਸਲਾਮ ਕੀਤਾ ਹੈ। ਅਸੀਂ ਧੰਨਵਾਦੀ ਹਾਂ ਆਪਣੇ ਸਹਿਯੋਗੀ ਕਲਾਕਾਰਾਂ, ਕੈਮਰਾਮੈਨ, ਐਡੀਟਰ ਅਤੇ ਸਮੂਹ ਪ੍ਰੋਡਕਸ਼ਨ ਯੂਨਿਟ ਦੇ, ਜਿਨ੍ਹਾਂ ਨੇ ਇਸ ਕਾਰਜ ਨੂੰ ਨੇਪਰੇ ਚਾੜਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਅੰਤ ਵਿੱਚ ਅਸੀਂ ਧੰਨਵਾਦੀ ਹਾਂ ਵੀਰ ਬਲਜਿੰਦਰ ਸਿੰਘ ਅਟਵਾਲ ਜੀ ਦੇ, ਜਿਨ੍ਹਾਂ ਦੀ ਅਣਥੱਕ ਮਿਹਨਤ ਅਤੇ ਸਹਿਯੋਗ ਸਦਕਾ ਹੀ ਅਸੀਂ ਆਪਣੇ ਪਿਆਰੇ ਪੁੱਤਰ ਸੁਪਨਦੀਪ ਸਿੰਘ ਸਿੱਧੂ ਦੇ ਸਿਰਜੇ ਸੁਪਨਿਆਂ ਨੂੰ ਆਪ ਦੇ ਸਨਮੁਖ ਕਰ ਸਕੇ ਹਾਂ। ਵਾਹਿਗੁਰੂ ਆਪ ਸਭ ਦੇ ਪਿਆਰੇ ਪ੍ਰੋਡਿਊਸਰ, ਡਾਇਰੈਕਟਰ, ਐਡੀਟਰ ਅਤੇ ਕਲਾਕਾਰ ਸੁਪਨਦੀਪ ਸਿੰਘ ਸਿੱਧੂ ਦੇ ਇਹਨਾਂ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਆਪ ਸਭ ਦੀ ਮਿਹਨਤ ਨੂੰ ਭਾਗ ਲਾਉਣ, ਇਹੋ ਸਾਡੀ ਦੁਆ ਹੈ। ਵਾਹਿਗੁਰੂ ਦੀ ਮਿਹਰ ਨਾਲ ਅਸੀਂ ਬਹੁਤ ਜਲਦ ਹੀ ਆਪਣੇ ਪਿਆਰੇ ਪੁੱਤਰ ਸੁਪਨਦੀਪ ਸਿੰਘ ਸਿੱਧੂ ਵੱਲੋਂ ਸਮਾਜਿਕ ਕੁਰੀਤੀਆਂ ਖਿਲਾਫ ਵਿੱਢੇ ਸੰਘਰਸ਼ ਲਈ ਅਗਲੀ ਕੋਸ਼ਿਸ਼ ਮੋੜ ਦਿਓ ਕੋਈ ਠੰਡੀਆਂ ਛਾਵਾਂ ਲੈ ਕੇ ਆਪ ਨਾਲ ਸਾਂਝ ਪਾਵਾਂਗੇ। ਸ਼ੁਭ ਇਸ਼ਾਵਾਂ ਸਹਿਤ ਦਵਿੰਦਰ ਕੌਰ ਸਿੱਧੂ ਅਤੇ ਗੁਰਮੁਖ ਸਿੰਘ ਸਿੱਧੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। कदे कोशिश नहीं की? पता नहीं की होगी, पर भैने मैं नहीं चाहती कि ओदा काला परछावा मेरी धी ते पवे। नहीं चाहती मैं, नहीं चाहती मैं। तेरा जी नहीं करता कि उन्हें माफ कर दवां? माफ तो ਉਹਨੂੰ ਕੀਤਾ ਜਾਂਦਾ ਨਾ ਭੈਣੇ, ਜਿਹਨੇ ਕੋਈ ਗਲਤੀ ਕੀਤੀ ਹੋਵੇ। ਤੇ ਉਹ ਤਾਂ ਕਾਤਲ ਹੈ, ਕਾਤਲ ਹੈ ਉਹ ਮੇਰੀਆਂ ਦੋ ਧੀਆਂ ਦਾ ਕਾਤਲ ਹੈ। ਤੇ ਕਾਤਲ ਨੂੰ ਤਾਂ ਸਜ਼ਾ ਹੀ ਦਿੱਤੀ ਜਾ ਸਕਦੀ ਹੈ ਨਾ। ਸਜ਼ਾ ਤਾਂ ਦੇ ਹੀ ਰਿਹਾ ਰੱਬ ਉਹਨੂੰ। ਕਿਰਨ ਦੀਦੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਹਨੇ, ਕਿਸੇ ਥਾਂ ਦਾ। ਅੱਜ ਪਤਾ ਲੱਗਿਆ ਮੈਨੂੰ ਕਿ ਮਾਸੀ ਭੈਣ ਨੂੰ ਯਾਦ ਕਰ ਕਰਕੇ ਇੰਨਾ ਉਦਾਸ ਕਈ ਵਾਰ ਕਿਉਂ ਹੋ ਜਾਂਦੇ ਆ। ਮੈਂ ਤਾਂ ਚਾਹੁੰਦੀ ਹਾਂ ਨਾ ਕਿ ਸਜ਼ਾ ਉਸ ਹਰ ਇਨਸਾਨ ਨੂੰ ਮਿਲੇ
ਜਿਹੜਾ ਵੀ ਪਰਮਾਤਮਾ ਦੀ ਬਖਸ਼ੀ ਇਸ ਦਾਤ ਧੀ ਨੂੰ ਠੁਕਰਾਉਣ ਦੀ ਕੋਸ਼ਿਸ਼ ਕਰਦਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਾਰਿਆਂ ਤੋਂ ਪਹਿਲਾਂ ਚੋਣਵੀਆਂ ਖਬਰਾਂ। ਪੰਜਾਬ ਦੀ ਸਾਰਿਆਂ ਤੋਂ ਸਫਲ ਮਹਿਲਾ ਐਸਐਸਪੀ ਆਸ ਕਿਰਨ ਨੂੰ ਅੱਜ ਇੱਕ ਬਹੁਤ ਹੀ ਵੱਡਾ ਸਨਮਾਨ ਦਿੱਤਾ ਜਾ ਰਿਹਾ ਹੈ, ਕਿਉਂਕਿ ਉਸਨੇ ਆਪਣੇ ਡਿਪਾਰਟਮੈਂਟ ਵਿੱਚ ਬਹੁਤ ਹੀ ਵੱਡੇ ਅਪਰਾਧੀਆਂ ਦੇ ਗਰੋਹ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਸਨੂੰ ਆਪਣੀ ਮਨਪਸੰਦੀਦਾ ਸਟੇਸ਼ਨ ਚੂਜ਼ ਕਰਨ ਲਈ ਵੀ ਕਿਹਾ ਜਾ ਰਿਹਾ ਹੈ। ਪਰ ਉਸਨੇ ਇਸ ਮੌਕੇ ਤੇ ਆਪਣੇ ਭਰਾ ਸੁਪਨਵੀਰ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਕਿਰਪਾ ਕਰਕੇ ਇਹ ਖਬਰਾਂ ਮਾਂ ਤੇ ਮਾਸੀ ਨੂੰ ਨਾ ਸੁਣਾਈਆਂ ਜਾਣ, ਕਿਉਂਕਿ ਉਹ ਆਪ ਆ ਕੇ ਸੁਣਾਉਣਾ ਚਾਹੁੰਦੀ ਹੈ। ਪਰ ਇੱਕ ਬਹੁਤ ਹੀ ਵੱਡੇ ਅਫਸੋਸ ਦੀ ਗੱਲ ਹੈ ਕਿ ਉਹਦੇ ਤੋਂ ਰਹਿ ਨਹੀਂ ਹੋਇਆ, ਉਹਨੇ ਸੁਣਾ ਦਿੱਤੀਆਂ। ਸੱਚੀ ਗੱਲ ਹੈ, ਸੱਚੀ ਬਿਲਕੁਲ ਸੱਚੀ। ਖਬਰਾਂ ਕਿਉਂ ਝੂਠੀਆਂ ਹੋਈਆਂ? ਛੇੜਦਾ ਤਾਂ ਨਹੀਂ ਸਾਨੂੰ। ਸੱਚੀ ਕਦੋਂ ਆਉਣਾ ਭੈਣ ਨੇ? ਮਾਸੀ ਮੈਂ ਕਿਹਾ ਸੀ ਨਾ ਕਿ ਸੱਚ ਦੇ ਹਿੱਸੇ ਭਾਵੇਂ ਕੰਡੇ ਹੋਣ ਪਰ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ। ਮੇਰੀ ਕਿਰਨ ਫੇਰ ਆ ਜੂਗੀ ਇੱਥੇ। ਰੱਬ ਸੱਚਾ, ਹਰ ਮਾਂ ਨੂੰ ਇਸੇ ਤਰ੍ਹਾਂ ਖੁਸ਼ੀਆਂ ਦੇਈ ਆਪਣੀ ਧੀ ਵੱਲੋਂ ਤੇ ਆਪਣੇ ਪੁੱਤ ਵੱਲੋਂ ਵੀ। ਮਾਸੀ ਹੁਣ ਆਪਾਂ ਸਵੇਰੇ ਜਾਣਾ ਆ, ਭੈਣ ਨੇ ਸਟੇਸ਼ਨ ਤੇ ਜੁਆਇਨ ਕਰਨਾ, ਆਪਾਂ ਉਹਦੇ ਲਈ ਤਿਆਰੀਆਂ ਵੀ ਕਰਨੀਆਂ ਤੇ ਗੁਰਦੁਆਰਾ ਸਾਹਿਬ ਜਾ ਕੇ ਬਾਬਾ ਜੀ ਦਾ ਸ਼ੁਕਰਾਨਾ ਵੀ ਕਰਨਾ। ਮੰਮੀ ਤੁਸੀਂ ਵੀ ਨਾਲ ਹੀ ਚੱਲਿਓ। ਹਾਂ ਜਾਊਗੀ ਭੈਣ, ਇਕੱਠੇ ਚੱਲਾਂਗੇ ਪੁੱਤ ਆਪਾਂ। ਭੈਣੇ ਅੱਜ ਜਾਣਾ ਜ਼ਰੂਰੀ ਹੈ, ਰਹਿ ਲੈਣਾ ਇੱਕ ਦਿਨ ਹੋਰ। ਭੈਣੇ ਸੱਚੀ ਜਦੋਂ ਦਾ ਪਤਾ ਲੱਗਿਆ ਨਾ ਬਈ ਕਿਰਨ ਦੀ ਬਦਲੀ ਇੱਥੇ ਹੋ ਗਈ, ਮੈਨੂੰ ਤਾਂ ਚਾਹ ਜਾਈ ਚੜਿਆ ਪਿਆ। ਮੇਰਾ ਤਾਂ ਜੀ ਕਰਦਾ ਉੱਡ ਕੇ ਘਰ ਨੂੰ ਪਹੁੰਚ ਜਾ। ਭੈਣੇ ਸੱਚੀ ਅਜੇ ਤਾਂ ਬਹੁਤ ਕੰਮ ਕਰਨ ਵਾਲੇ ਪਏ ਆ ਉੱਥੇ। ਨਾਲੇ ਦੂਜਾ ਭੈਣੇ ਸੁਪਨ ਦੀ ਨੌਕਰੀ ਦਾ ਤਾਂ ਤੈਨੂੰ ਪਤਾ ਹੀ ਆ, ਇਹਨੂੰ ਛੁੱਟੀ ਇਹੋ ਜੀ ਮਿਲਦੀ ਹੈ। ਹੁਣ ਆਹੀ ਤਾਂ ਉਹਦੇ ਦਿਨ ਆ ਭੈਣੇ ਜ਼ਿੰਦਗੀ ਬਣਾਉਣ ਦੇ। ਦਿਨ ਰਾਤ ਮਿਹਨਤ ਕਰਦਾ ਵਿਚਾਰਾ, ਇਸ ਕਰਕੇ ਭੈਣੇ ਜਾਣਾ ਤਾਂ ਪੈਣਾ ਨਾ। ਸੱਚੀ ਭੈਣੇ, ਜੇ ਤੂੰ ਨਾ ਹੁੰਦੀ ਮੇਰੇ ਨਾਲ ਤਾਂ ਸੁਪਨ ਨੇ ਇੱਥੋਂ ਤੱਕ ਕਿਵੇਂ ਪਹੁੰਚਣਾ ਸੀ? ਤੈਨੂੰ ਤਾਂ ਪਤਾ ਹੀ ਹੈ ਮੈਂ ਅੱਡ ਰੋ ਰੋ ਮਰ ਜਾਣਾ ਸੀ। ਭੈਣੇ ਮੈਂ ਤੇਰਾ ਦਿਨ ਕਿੱਥੇ ਦਊਂਗੀ? ਜੇ ਮੁੜ ਕੇ ਇਹ ਗੱਲ ਆਖੀ ਨਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ। ਨਾਲੇ ਮੈਂ ਕੀਤਾ ਹੀ ਕੀ ਹੈ, ਸਾਰਾ ਕੁਝ ਤਾਂ ਉਹ ਆਪ ਕਰਦਾ, ਦਿਨ ਰਾਤ ਮਿਹਨਤ ਕਰਦਾ ਵਿਚਾਰਾ। ਭੈਣੇ ਤੂੰ ਮੰਨ ਚਾਹੇ ਨਾ ਮੰਨ, ਪਰ ਉਹਨੂੰ ਇੱਥੇ ਜੋਗਾ ਕੀਤਾ ਤੂੰ ਹੀ ਹੈ। ਮੈਂ ਕੀ ਕਰਨਾ ਸੀ ਕੱਲੀ ਤੀਵੀਂ ਮਾਨੀ ਨੇ? ਤੀਵੀਂ ਮਾਨੀ ਤੇ ਮੈਂ ਨਹੀਂ ਹੈ ਤੀਵੀਂ ਮਾਨੀ। ਨਹੀਂ ਭੈਣੇ, ਮੈਂ ਤੇਰੀ ਰੀਸ ਕਿਵੇਂ ਕਰ ਸਕਦੀ ਹਾਂ? ਮੈਂ ਤੇਰੇ ਵਰਗੀ ਥੋੜੀ ਆ। ਕਿਉਂ? ਤੇਰੇ ਤੇ ਮੇਰੇ ਚ ਕੀ ਫਰਕ ਹੈ? ਕੀ ਫਰਕ ਹੈ ਤੇਰੇ ਤੇ ਮੇਰੇ? ਇੰਨਾ ਹੀ ਹੈ ਨਾ ਕਿ ਮੈਂ ਆਪਣੇ ਅੰਦਰ ਦੀ ਔਰਤ ਨੂੰ ਜਗਾ ਲਿਆ ਤੇ ਤੂੰ ਅਜੇ ਜਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੱਚੀ ਭੈਣੇ, ਜੇ ਤੂੰ ਮੇਰੇ ਤੇ ਹਰ ਰੋਜ਼ ਇੱਕ ਪੀਰੀਅਡ ਲਾ ਦਿਆ ਕਰੇ ਤਾਂ ਮੈਂ ਵੀ ਤੇਰੇ ਵਰਗੀ ਬਣ ਜੂ, ਮਾਂ ਦਲੇਰ ਕੌਰ। ਹੁਣ ਤੇਰੇ ਪੁੱਤ ਨੇ ਲਾ ਦਿਆ ਕਰਨਾ ਪੀਰੀਅਡ ਤੇਰੇ ਤੇ। ਬਸ ਉਹਦੀ ਪੜ੍ਹਾਈ ਖਤਮ ਹੋਣੀ ਵਾਲੀ ਹੈ ਤੇ ਫਿਰ ਉਹਨੇ ਆ ਜਾਣਾ ਤੇਰੇ ਕੋਲ ਤੇ ਜਾਂ ਤੈਨੂੰ ਲੈ ਜਾਣਾ ਆਪਣੇ ਕੋਲ। ਭੈਣੇ ਸੱਚੀ ਸੁਪਨ ਤੇਰੇ ਬਾਰੇ ਬਹੁਤ ਸੋਚਦਾ ਹੈ। ਪੁੱਤ ਤਾਂ ਸੋਚਦਾ ਹੈ, ਪਰ ਉਹ ਨਹੀਂ ਨਾ ਸੋਚਦਾ ਨਰਮੋਇਆ ਜਿਹਨੇ ਜੰਮਿਆ। ਕੁੰਡਾ ਖੜ ਗਿਆ, ਮੈਨੂੰ ਲੱਗਦਾ ਸੁਪਨਾ ਆ ਗਿਆ, ਦੁਆਰੇ ਗਿਆ ਸੀ। ਭੈਣੇ ਵੇਖ, ਤੂੰ ਉਹਦੇ ਸਾਹਮਣੇ ਕੋਈ ਢਿੱਲੀ ਗੱਲ ਨਹੀਂ ਕਰਨੀ। ਨਹੀਂ ਕਰਦੀ ਭੈਣੇ, ਤੂੰ ਐ ਕਰ, ਤੂੰ ਸੁਪਨ ਨੂੰ ਕਹਿ ਤਾਜ਼ੀਆਂ ਮੂਲੀਆਂ ਪੱਟ ਕੇ ਲਿਆਵੇ, ਮੈਂ ਸਾਗ ਗਰਮ ਕਰਦੀ। ਨਹੀਂ ਭੈਣੇ, ਰੋਟੀ ਨਹੀਂ ਖਾ ਕੇ ਜਾਣੀ, ਅਸੀਂ ਤਾਂ ਪਹਿਲਾਂ ਹੀ ਲੇਟ ਹੋਈ ਜਾਣਾ। ਤੂੰ ਐ ਕਰ, ਤੂੰ ਸਾਡੇ ਵੰਡੇ ਦਾ ਸਾਗ ਨਾ ਢੋਲਨੇ ਚ ਪਾ ਦੇ, ਨਾਲੇ ਮੱਖਣ ਵਾਵਾ ਸਾਰਾ ਪਾਈ। ਅੱਛਾ ਸੁਪਨ ਵੀ ਨਾ, ਬਸ ਸੁਪਨ ਆ ਜਾ। ਹਾਂ ਤੂੰ ਸਾਗ ਢੋਲਨੇ ਚ ਪਾ ਦੇ, ਅਸੀਂ ਨਾਲ ਹੀ ਲੈ ਜਾਾਂਗੇ। ਸੁਪਨ ਵੀ ਨਾ, ਬਸ।
ਭੈਣ ਜੀ ਪਛਾਣ ਲਿਆ ਮੈਨੂੰ? ਮੈਂ ਸੁਰਜੀਤ। ਮਾਫ ਕਰ ਦਿਓ ਮੈਨੂੰ। ਵੈਸੇ ਤੇ ਸ਼ੋਹਰਤ ਦੇ ਲਈ ਮੈਂ ਇੰਨਾ ਭਟਕ ਗਿਆ ਸੀ, ਇੰਨਾ ਕੰਗਾਲ ਕਰ ਦਿੱਤਾ ਸੀ ਪੈਸੇ ਤੇ ਸ਼ੋਹਰਤ ਨੇ ਮੈਨੂੰ, ਕਿ ਮੈਂ ਆਪਣੇ ਰਿਸ਼ਤਿਆਂ ਦੇ ਨਿੱਘ ਨੂੰ ਭੁੱਲ ਗਿਆ। ਹੁਣ ਮੇਰੀ ਤੌਬਾ ਹੈ ਭੈਣ ਜੀ, ਮੈਂ ਆਪਣੀ ਗਲਤੀ ਤੇ ਪਛਤਾ ਰਿਹਾ। ਹੁਣ ਵੀ ਕੀ ਪਤਾ ਤੇਰਾ, ਕਦੋਂ ਤੈਨੂੰ ਫੇਰ ਪੈਸੇ ਦਾ ਲਾਲਚ ਆ ਜਾਵੇ, ਤੂੰ ਫੇਰ ਤੁਰ ਜਾਵੇਂ। ਨਹੀਂ ਭੈਣ ਜੀ ਨਹੀਂ, ਪੈਸੇ ਦਾ ਮੋਹ ਤਾਂ ਮੈਂ ਬਹੁਤ ਦੇਖ ਲਿਆ। ਇਹ ਪਲ ਦੋ ਪਲ ਦਾ ਸਰੂਰ ਤਾਂ ਦੇ ਸਕਦਾ ਹੈ, ਪਰ ਸਦਾ ਦੀ ਖੁਸ਼ੀ ਨਹੀਂ। ਸੁਪਨ, ਬਸ ਇਹ ਲੋ ਪ੍ਰਸ਼ਾਦ। ਕੌਣ ਹੈ ਇਹ? ਕਿਸ ਦਾ ਬੇਟਾ ਹੈ? ਭੈਣ ਮੇਰੀ ਦਾ ਸੁਪਨ ਹੈ ਇਹਦਾ ਨਾਂ। ਪਛਾਣ ਲਿਆ ਕਿ ਨਹੀਂ? ਇਹ ਸੁਪਨ ਹੈ? ਮੇਰਾ ਸੁਪਨ? ਤੁਹਾਡੀ ਭੈਣ? ਉਹ ਕਿੱਥੇ ਹੈ? ਕੌਣ ਹੈ ਭੈਣੇ? ਪ੍ਰੀਤ? ਸੁਪਨ, ਤੇਰੇ ਡੈਡੀ? ਮਾਸੀ ਇਹਨਾਂ ਨੂੰ ਕਹਿ ਦੋ ਕਿ ਮੈਂ ਨਫ਼ਰਤ ਕਰਦਾ ਇਹਨਾਂ ਤੋਂ। ਨਫ਼ਰਤ ਹੋਣੀ ਜਾਇਜ਼ ਹੈ ਬੇਟੇ ਇਹੋ ਜਿਹੇ ਇਨਸਾਨ ਨਾਲ, ਜਿਹੜਾ ਆਪਣੀ ਪਤਨੀ ਅੰਦਰ ਲੁਕੀ ਔਰਤ ਨੂੰ ਨਹੀਂ ਪਛਾਣ ਸਕਿਆ। ਇਹੋ ਜਿਹੀ ਔਰਤ ਨੂੰ ਜਿਹੜੀ ਇਹਦੀਆਂ ਇੰਨੀਆਂ ਵਧੀਕੀਆਂ ਸਹਿ ਕੇ ਵੀ ਖੁਸ਼ ਹੁੰਦੀ ਹੈ, ਇਹਦੇ ਆਉਣ ਤੇ ਇਹਨੂੰ ਜੀ ਆਇਆਂ ਆਖਦੀ ਹੈ। ਤੇ ਮੈਂ ਤਾਂ ਤੁਹਾਡਾ ਬਹੁਤ ਹੀ ਦੇਣਦਾਰ ਹਾਂ ਭੈਣ ਜੀ। ਤੁਸੀਂ ਇੰਤਜ਼ਾਮ ਕਰਕੇ ਮੇਰੇ ਲਈ ਵਕੀਲ ਕੀਤਾ ਤੇ ਜੇਲ੍ਹ ਵਿੱਚ ਮੈਨੂੰ ਚਿੱਠੀਆਂ ਪਾ ਕੇ ਮੈਨੂੰ ਅਹਿਸਾਸ ਕਰਾਇਆ ਕਿ ਆਪਣਿਆਂ ਦਾ ਨਿੱਘ ਕੀ ਹੁੰਦਾ ਹੈ। ਭੈਣੇ, ਤੂੰ ਇੰਨਾ ਕੁਛ ਕੀਤਾ ਸਾਡੇ ਲਈ। ਭੈਣੇ, ਲੋਕ ਤਾਂ ਪਰਾਇਆਂ ਲਈ ਇੰਨਾ ਕੁਝ ਕਰ ਦਿੰਦੇ ਆ ਹੈ, ਤੇ ਤੂੰ ਤਾਂ ਭੈਣ ਹੈ ਮੇਰੀ। ਮੁੜ ਕੇ ਨਹੀਂ ਏਦਾਂ ਆਖਣਾ। ਕੀ ਕੀਤਾ ਮੈਂ? ਇਹ ਗੱਲ ਤੁਸੀਂ ਸੋਚਦੇ ਆ ਨਾ ਮਾਸੀ, ਡੈਡੀ ਨੇ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਕਿ ਉਹਨਾਂ ਦਾ ਆਪਣਾ ਵੀ ਹੈ ਕੋਈ। ਮਾਸੀ, ਮੈਨੂੰ ਤਾਂ ਅਜੇ ਵੀ ਯਕੀਨ ਨਹੀਂ ਇਹਨਾਂ ਤੇ। ਪਤਾ ਨਹੀਂ ਫੇਰ ਕਦੋਂ ਇਹਨਾਂ ਦੇ ਮਨ 'ਚ ਪੈਸੇ ਦਾ ਮੋਹ ਜਾਗ ਪਵੇ ਤੇ ਮੈਨੂੰ ਛੱਡ ਕੇ, ਮੇਰੀ ਮਾਂ ਨੂੰ ਬਿਲਕ ਤੈਨੂੰ ਛੱਡ ਕੇ ਪਤਾ ਨਹੀਂ ਫਿਰ ਕਦੋਂ ਹੀ ਬਾਹਰ ਚਲੇ ਜਾਣ, ਤੇ ਪਤਾ ਨਹੀਂ ਉੱਥੇ ਜਾ ਕੇ ਇੱਕ ਹੋਰ ਵਿਆਹ ਕਰਵਾ ਲੈਣ ਪੱਕੇ ਹੋਣ ਲਈ ਉੱਥੇ। ਨਹੀਂ ਨਹੀਂ, ਰੱਬ ਦਾ ਵਾਸਤਾ ਹੀ ਇਸ ਤਰ੍ਹਾਂ ਨਾ ਸੋਚੋ ਮੇਰੇ ਬਾਰੇ। ਮੈਨੂੰ ਇਹਨਾਂ ਰਿਸ਼ਤਿਆਂ ਦੇ ਨਿੱਘ ਦੀ ਲੋੜ ਹੈ। ਸੁਪਨ ਪੁੱਤ, ਤੂੰ ਤਾਂ ਕਹਿੰਦਾ ਸੀ ਮਾਫ ਕਰ ਦੂੰਗਾ ਆਪਣੇ ਡੈਡੀ ਨੂੰ। ਪੁੱਤਰ, ਮੇਰੀ ਖਾਤਰ। ਮਾਸੀ ਪਲੀਜ਼ ਕਹਿ ਦੋ ਮੰਮੀ ਨੂੰ। ਸੁਪਨ, ਜੇ ਮਾਂ ਕੁਛ ਕਵੇ ਨਾ ਤਾਂ ਸਿਆਣੇ ਪੁੱਤ ਮੰਨ ਲੈਂਦੇ ਹੁੰਦੇ ਆ ਬੇਟੇ, ਆਪਣੀ ਮਾਂ ਦੀ ਖੁਸ਼ੀ ਲਈ। ਸੁਪਨ ਬੇਟੇ, ਠੀਕ ਆ ਜੇ ਤੁਸੀਂ ਤੇ ਮੰਮੀ ਕਹਿੰਦੇ ਆ ਤਾਂ, ਪਰ ਇੱਕ ਵਾਰ ਇਹਨਾਂ ਤੋਂ ਚੰਗੀ ਤਰ੍ਹਾਂ ਪੁੱਛ ਲਓ ਵੀ ਮੁੜ ਕੇ ਏਦਾਂ ਤਾਂ ਨਹੀਂ ਕਰਨਗੇ, ਕਿਉਂਕਿ ਬਹੁਤ ਬਹੁਤ ਮੁਸ਼ਕਲ ਨਾਲ ਮੇਰੀ ਮੰਮੀ ਨੇ ਜਿਉਣਾ ਸਿੱਖਿਆ ਇਹਨਾਂ ਤੋਂ ਬਗੈਰ। ਤੇ ਜੇ ਫੇਰ ਇਹ ਹੁਣ ਨਹੀਂ ਜਾਂਦਾ ਕਿਤੇ, ਮੈਂ ਹੁਣ ਕਿਤੇ ਜਾ ਹੀ ਨਹੀਂ ਸਕਦਾ। ਸਾਰੀ ਦੁਨੀਆ ਦੇਖ ਲਈ, ਪਰ ਇਹਨਾਂ ਦੇ ਰਿਸ਼ਤਿਆਂ ਦਾ ਨਿੱਘ ਤਾਂ ਕਿਤੇ ਹੈ ਹੀ ਨਹੀਂ। ਤੇ ਹੁਣ ਤੂੰ ਹੀ ਮੈਨੂੰ ਮਾਫ ਕਰ ਦੇ ਤੇ ਆਪਣੀ ਤੋਤਲੀ ਜ਼ਬਾਨ ਨਾਲ ਇੱਕ ਵਾਰੀ ਡੈਡੀ ਕਹਿ ਦੇ। ਤਰਸ ਗਿਆ ਮੈਂ ਤੇਰੇ ਮੂੰਹੋਂ ਇਹ ਆਵਾਜ਼ ਸੁਣ ਲਈ। ਸੁਪਨ ਪੁੱਤ, ਕਹਿ ਦੇ, ਮੇਰੀ ਖਾਤਰ ਕਹਿ ਦੇ। ਸੁਪਨ ਬੇਟੇ, ਕਹਿ ਦੇ, ਮੇਰੀ ਖਾਤਰ ਕਹਿ ਦੇ। ਆਪਣੀ ਮਾਂ ਦੀ ਖੁਸ਼ੀ ਲਈ। ਡੈਡੀ,
ਭੈਣ ਮੈਂ ਤੈਨੂੰ ਕਿਹਾ ਸੀ ਨਾ ਕਿ ਤੇਰਾ ਸਰਜੀਤ ਵਾਪਸ ਆਊਗਾ, ਇਸੇ ਘਰ ਚ ਆਊਗਾ, ਤੇਰੇ ਕੋਲ ਆਊਗਾ। ਤੇ ਆ ਵੇਖ ਆ ਗਿਆ ਨਾ ਹੁਣ। ਹਾਂ ਭੈਣੇ, ਮਾਸੀ ਪਰ ਇਹਨਾਂ ਨੂੰ ਕਹਿ ਦਿਓ ਕਿ ਹੁਣ ਮੇਰੀ ਮੰਮੀ ਦੀ ਮਰਜ਼ੀ ਆ ਕਿ ਉਹ ਡੈਡੀ ਨੂੰ ਇਸ ਘਰ 'ਚ ਵੜਨ ਦੇਣ ਜਾਂ ਨਾ, ਕਿਉਂਕਿ ਇਹ ਹੁਣ ਮੇਰੀ ਮੰਮੀ ਦਾ ਘਰ ਆ, ਹਨਾ ਮੰਮੀ? ਭੈਣ ਅੱਛਾ ਸੁਪਨ, ਤੂੰ ਵੀ ਅੱਜ ਛੁੱਟੀ ਲੈ ਲਾ ਪੁੱਤ ਕਿਸੇ ਤਰ੍ਹਾਂ। ਆਪਾਂ ਅੱਜ ਇੱਥੇ ਹੀ ਰਵਾਂਗੇ, ਠੀਕ ਹੈ? ਰੱਬ ਦੀ ਮਿਹਰ ਹੈ ਨਾ ਮਾਸੀ। ਹੇ ਸੱਚਾ ਪਾਤਸ਼ਾਹ, ਜਿਵੇਂ ਮੇਰੀ ਭੈਣ ਦੀ ਸੱਦਰ ਪੂਰੀ ਕੀਤੀ, ਹਰ ਔਰਤ ਦੀ ਇਸੇ ਤਰ੍ਹਾਂ ਕਰੀ। नहीं भैन जी बस ठीक है। मैनू तो समझ नहीं आ रहा कि हुण मैं इत्थे किवें काम शुरू करा। जो कुछ कमाया सी वो सब रोजी ते उसदे बच्चों दे नाल करवाना पिया, ते बाकी सब कुछ इधर उधर खर्च हो गया। जमीन तो मैं पहले ही गहने पा के गया सी। हुण तां भैन जी लगता है कि ना मैं करदा रहा ना काटदा, इस न्याणे दी भी जिंदगी खराब कर रहा है। ਭੈਣੇ ਦੇ ਦੇ ਨਾ। ਇਹ ਕੀ ਹੈ? ਤੇਰੀ ਜ਼ਮੀਨ ਦੇ ਕਾਗਜ਼ ਹੈ ਜਿਹੜੇ ਤੂੰ ਗਹਿਣੇ ਧਰ ਕੇ ਗਿਆ ਸੀ। ਛਡਾ ਲਿਆ ਤੇਰੇ ਪੁੱਤ ਸੁਪਨ ਨੇ ਆਪਣੀ ਕਮਾਈ ਨਾਲ। प्रीत, मैं ही डूब गया सी अपने वादे तो, पर तू निभा दी मेरे पिछों मेरे पुत दी इन्नी वधिया परवरिश करके। मैं नहीं, मेरी भैन ने किया सब। इसे ने इनू पढ़ाया लिखाया, इसे ने इनू काम ते लाया। भैन जी थोड़ा एहसान तो मैं 7 जन्मों तक नहीं पूरा कर सकांगा। ओहो, मैं तो कुछ नहीं किया वीर जी, ये सारा कुछ तो ऊपर वाले ने किया है। बाकी मेहनत है तुहाडे पुत सुपन दी। रब इहो जी लात तक कर दे। की करदा है हुण मेरा पुत्र? कंप्यूटर इंजीनियर बन चलिया हुण तां ते एजेंसी च जॉब भी करदा। हुण तां एजेंसी वाले नूं अपने खर्चे ते बाहर भेजना चाहुंदे अग्गे पढ़न वास्ते। अच्छा, ते हुण बाहर जाएगा मेरा सुपन पढ़न वास्ते। उसे कनेडा च जिथे जान दी खातर तू मेरी भैन दी जवानी रोल दिती, अपने पुत दा बचपन रोलता ते अपनी जिंदगी भी रोली। एजेंसी वाले भेजना चाहते हैं, पर मैं सोचदा भी ना जावां, क्योंकि मम्मी हमेशा ही डरदे हुंदे सी कि किते मैं डैडी वांगू बाहर चला गया ते फिर पता नहीं मुड़ के आऊंगा कि नहीं। जिवें तू रिश्ते निभाए ना पुत, मैं तां की दुनिया दी हर मां नूं विश्वास हो गया कि तेरे वर्गा पुत दुनिया दे किसे कोने च चला जावे, पर रिश्तियां दे मोह नूं नहीं विसारदा, रिश्ते निभाउणे जाणदा। इस साल मैं अपनी मासी दे सके चला, मैं भी कई बार कमल कट जांदा हुंदा है। पुत मैं तां कहनी आ तू जरूर जा, लोकां नूं पता लगे कि इवें भी जाया जा सकदा है, होरां नूं सबक भी मिले। हाँ, जिवें मैनू देख के कईयां नूं सबक मिलिया होगा। हेलो, अच्छा ठीक है, ठीक है, हाँ कोई ना कोई ना। मासी चलिए आप, मैं एजेंसी दे भी काम करने आ
ਤੇ ਮੈਨੂੰ ਲੱਗਦਾ ਸ਼ਾਇਦ ਦੀਦੀ ਵੀ ਆ ਗਿਆ ਅੱਜ। ਹਾਂ ਸੱਚ, ਕਿਰਨ ਕਿੱਥੇ ਅੱਜ ਕੱਲ? ਕਿਰਨ ਐਸਪੀ ਬਣ ਗਈ ਹੈ ਮੇਰੀ ਧੀ ਹੁਣ, ਤੇ ਇੱਥੇ ਹੀ ਬਦਲੀ ਹੋ ਗਈ ਆ ਹੁਣ ਉਹਦੀ। ਬਸ ਆ ਜਾਣਾ ਉਹਨੇ ਹੁਣ ਇੱਥੇ ਹੀ। ਇਸੇ ਕਰਕੇ ਤਾਂ ਕਾਲ ਹੈ, ਬੜਾ ਕੁਝ ਕਰਨ ਵਾਲਾ ਹੈ। ਭੈਣੇ ਅਸੀਂ ਚੱਲੀਏ ਫਿਰ ਹੁਣ। ਸੁਪਨ ਦੀ ਵੀ ਨੌਕਰੀ ਆ, ਉਹਨੇ ਵੀ ਛੁੱਟੀ ਲਈ ਹੈ, ਫਿਰ ਆਵਾਂਗੇ ਅਸੀਂ। ਹੈ ਚਲਿਏ ਭੈਣੇ ਚੱਲੀਏ ਫਿਰ ਹੁਣ ਅਸੀਂ। ਚੰਗਾ ਚੰਗਾ ਵੀਰ ਜੀ। ਅੱਛਾ ਆਇਓ ਫਿਰ ਤੁਸੀਂ ਦੋਵੇਂ। ਹੈ ਅਸੀਂ ਮੁਸਕਾਨ ਦੇ ਥੱਲੇ ਅਨੇਕਾਂ ਗਮ ਲੁਕਾਉਂਦੇ ਰਹੇ, ਇਕੱਲੇ ਬੈਠ ਕੇ ਰੋਏ ਮਗਰ ਦੂਜਿਆਂ ਨੂੰ ਹਸਾਉਂਦੇ ਰਹੇ। ਅਜੇ ਕਿ ਪਾਖੀ ਰਹੀ ਸੀ ਖੁਦ ਚਿਖਾ ਗਮ ਦੀ ਮੇਰੇ ਅੰਦਰ, ਅਸੀਂ ਹੋਰਨਾਂ ਦੇ ਘਰ ਜਾ ਕੇ ਗਮ ਵਟਾਉਂਦੇ ਰਹੇ। ਰੱਬ ਕਰੇ ਇਹ ਖੂਬਸੂਰਤ ਵਿਚਾਰ ਹਰ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਬਣੇ, ਤੇ ਫਿਰ ਇਸ ਦੁਨੀਆ ਤੇ ਕੋਈ ਦੁਖੀ ਰਵੇ ਹੀ ਨਾ। ਇਹ ਰਸਤਾ ਔਖਾ ਜ਼ਰੂਰ ਹੈ, ਪਰ ਕੋਸ਼ਿਸ਼ ਤਾਂ ਕਰ ਸਕਦੇ ਆ। ਇਕੱਲੇ ਤੁਰੇ ਸਾਂ ਪੱਬ ਕੰਡਿਆਂ ਤੇ ਤਰ, ਕਿਸੇ ਮੰਜ਼ਿਲ ਦੀ ਤਲਾਸ਼ ਲਈ। ਅਸੀਂ ਤੁਰਦੇ ਗਏ, ਸਾਥੀ ਮਿਲਦੇ ਗਏ, ਤੇ ਕਾਫਲਾ ਬਣਦਾ ਗਿਆ। ਤੇ ਫਿਰ ਪਤਾ ਵੀ ਨਾ ਚੱਲਿਆ ਕਿ ਕਦੋਂ ਆਪਾਂ ਸਾਰੇ ਰਲ ਕੇ ਇੱਕ ਬੂੰਦ ਤੋਂ ਸਮੁੰਦਰ ਤੇ ਇੱਕ ਦੀਵੇ ਤੋਂ ਸੂਰਜ ਹੋ ਨਿਪੜੇ। ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਇਸ ਲਈ ਆਪਣੇ ਪਿਆਰੇ ਦਰਸ਼ਕਾਂ ਦੇ ਤੇ ਦੇਸਾਂ ਪਰਦੇਸਾਂ ਵਿੱਚ ਵਸਦੀਆਂ ਉਹਨਾਂ ਮਹਾਨ ਸ਼ਖਸੀਅਤਾਂ ਦੇ, ਜਿਨ੍ਹਾਂ ਨੇ ਇਸ ਮਨੋਰਥ ਦੀ ਪ੍ਰਾਪਤੀ ਲਈ ਸਾਨੂੰ ਨਿੱਘਾ ਸਹਿਯੋਗ ਦਿੱਤਾ। ਪਰ ਅਜੇ ਬੜਾ ਕੁਝ ਕਰਨਾ ਬਾਕੀ ਹੈ। ਤੁਸੀਂ ਇਸੇ ਤਰ੍ਹਾਂ ਸਾਡੀ ਆਵਾਜ਼ ਸੰਗ ਆਪਣੀ ਆਵਾਜ਼ ਮਿਲਾਉਂਦੇ ਰਹੋਗੇ। ਇਸੇ ਆਸ ਨਾਲ ਅਸੀਂ ਇਹ ਸੰਘਰਸ਼ ਜਾਰੀ ਰੱਖਾਂਗੇ, ਇਹ ਦੁਆ ਕਰਦੇ ਹੋਏ ਕਿ ਪਰਮਾਤਮਾ ਸਾਨੂੰ ਸਭ ਨੂੰ ਸਫਲਤਾ ਦੇਵੇ। ਪਿਆਰੇ ਦਰਸ਼ਕੋ, ਨਾਟਕ ਮੈਂ ਗੂੰਗੀ ਨਹੀਂ ਦੀ ਆਖਰੀ ਕਿਸ਼ਤ ਪੇਸ਼ ਕਰਨ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਉਹਨਾਂ ਸਭ ਦਰਸ਼ਕਾਂ ਦਾ ਜਿਨ੍ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਸੀਰੀਅਲ ਨੂੰ ਬੇਹੱਦ ਭਰਵਾਂ ਹੁੰਗਾਰਾ ਦਿੱਤਾ ਤੇ ਸਮੇਂ-ਸਮੇਂ ਤੇ ਦਰਸ਼ਕਾਂ ਅਤੇ ਮੰਨੀਆਂ ਪਰਮੰਨੀਆਂ ਸ਼ਖਸੀਅਤਾਂ ਨੇ ਜੋ ਸੰਦੇਸ਼ ਭੇਜੇ, ਉਹਨਾਂ ਚੋਂ ਕੁਝ ਇੱਕ ਅਸੀਂ ਤੁਹਾਡੇ ਵਾਸਤੇ ਹਾਜ਼ਰ ਕਰਨ ਜਾ ਰਹੇ ਹਾਂ। ਤੇ ਫਿਰ 106ਵੀਂ ਤੇ ਆਖਰੀ ਕਿਸ਼ਤ ਹਾਜ਼ਰ ਕਰਾਂਗੇ ਪ੍ਰੋਫੈਸਰ ਦਵਿੰਦਰ ਕੌਰ ਸਿੱਧੂ, ਸਰਦਾਰ ਗੁਰਮੁਖ ਸਿੰਘ ਸਿੱਧੂ ਤੇ ਸੁਪਨਦੀਪ ਸਿੰਘ ਸਿੱਧੂ ਦੇ ਅਣਥੱਕ ਯਤਨਾਂ ਦੀ ਹਰ ਪਾਸੇ ਸ਼ਲਾਘਾ ਹੁੰਦੀ ਰਹੀ ਹੈ। ਸੁਪਨਦੀਪ ਸਿੰਘ ਬੇਸ਼ੱਕ ਸਰੀਰਕ ਤੌਰ ਤੇ ਸਾਡੇ ਦਰਮਿਆਨ ਨਹੀਂ ਰਿਹਾ, ਪਰ ਹਮੇਸ਼ਾ ਆਪਣੇ ਨੇਕ ਇਰਾਦਿਆਂ ਤੇ ਸੋਚ ਦੇ ਨਾਲ ਸਾਡੇ ਦਰਮਿਆਨ ਰਹੇਗਾ, ਜਿਸ ਨੇ ਸਮਾਜ ਅਤੇ ਪਰਿਵਾਰ ਸੁਧਾਰਾਂ ਦੇ ਜੋ ਸੁਪਨੇ ਲਏ ਉਹ ਆਪਾਂ ਸਭ ਨੇ ਪੂਰੇ ਕਰਨੇ ਹਨ। ਉਹਨਾਂ ਦਾ ਦੂਸਰਾ ਸੀਰੀਅਲ ਮੋੜ ਦਿਓ ਕੋਈ ਠੰਡੀਆਂ ਛਾਵਾਂ ਵੀ ਲੜੀਵਾਰ ਅਸੀਂ ਪੇਸ਼ ਕਰਾਂਗੇ ਬਹੁਤ ਜਲਦ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਰਹੇ ਸਬੰਧਾਂ ਦੀ ਪਾਕੀਜ਼ਗੀ ਖਤਮ ਹੋ ਰਹੀ ਹੈ ਔਰ ਰਿਸ਼ਤੇ ਤਿੜਕ ਰਹੇ ਨੇ। ਕਿਉਂ ਤਿੜਕ ਰਹੇ ਨੇ, ਇਹ ਸਾਰੇ ਕੁਝ ਨੂੰ ਉਜਾਗਰ ਕਰਨ ਦੇ ਲਈ ਇਹ ਇੱਕ ਭਰਪੂਰ ਹਮਲਾ, ਜਿਹਦੀ ਕਾਮਯਾਬੀ ਦੇ ਲਈ ਮੈਂ ਸੱਚੇ ਪਾਤਸ਼ਾਹ ਦੇ ਅੱਗੇ ਜੋਦੜੀ ਕਰਦਾ ਕਿ ਇਹ ਬਿਮਾਰੀਆਂ ਨੂੰ ਖਤਮ ਕਰਨ ਦੇ ਲਈ ਇਹ ਮਾਧਿਅਮ ਕਾਰਗਰ ਸਾਬਤ ਹੋਵੇ। ਔਰ ਮੈਂ ਗੂੰਗੀ ਨਹੀਂ ਦਾ ਮਾਧਿਅਮ ਜਿਹੜਾ ਮੈਡਮ ਦਵਿੰਦਰ ਸਿੱਧੂ ਜੀ ਨੇ ਚੁਣਿਆ, ਉਸ ਮਾਧਿਅਮ ਦੀ ਸਫਲਤਾ ਔਰ ਸਮਾਜ ਵਿੱਚ ਫੈਲੀਆਂ ਹੋਈਆਂ ਬੁਰਾਈਆਂ ਦੇ ਹੱਲ ਦੇ ਲਈ ਯਤਨਸ਼ੀਲ ਮੈਡਮ ਦਵਿੰਦਰ ਸਿੱਧੂ ਹਮੇਸ਼ਾ ਹੀ ਕਾਮਯਾਬੀ ਵੱਲ ਵਧੇ, ਇਹ ਮੇਰੀ ਦੁਆ ਹੈ। ਹਾਂ ਬਈ ਦਵਿੰਦਰ ਸਿੱਧੂ, ਤੇਰਾ ਸੀਰੀਅਲ ਜਿਹੜਾ ਚੱਲਦਾ ਮੈਂ ਗੂੰਗੀ ਨਹੀਂ, ਮੈਂ ਦੇਖ ਕੇ ਬੜੀ ਖੁਸ਼ ਹੋਈ ਹਾਂ। ਮੈਨੂੰ ਇਹ ਵੀ ਬੜਾ ਚੰਗਾ ਲੱਗਿਆ ਕਿ ਤੂੰ ਬੜੇ ਚੰਗੇ ਪਾਸੇ ਕੰਮ ਕਰਨ ਲੱਗ ਪਈ ਹੈ, ਔਰਤਾਂ ਦਾ ਪੱਖ ਪੂਰਨ ਲਈ, ਔਰਤਾਂ ਦੀ ਸਹੀ ਸਲਾਹ ਦੇਣ ਲਈ। ਪਰ ਮੈਂ ਇੱਕ ਗੱਲ ਆਖਣਾ ਚਾਹਾਂਗੀ ਕਿ ਔਰਤਾਂ ਕਿਸੇ ਦੁੱਖ ਵਿੱਚ ਪੈਣ ਵੇਲੇ ਤਕੜੀਆਂ ਹੋਣ ਜਾਂ ਕਿਸੇ ਔਖ ਵਿੱਚੋਂ ਤਕੜੀਆਂ ਹੋਣ, ਇਹ ਸੰਭਵ ਨਹੀਂ ਹੁੰਦਾ।
ਔਰਤਾਂ ਨੂੰ ਬਚਪਨ ਤੋਂ ਹੀ ਤਕੜੀਆਂ ਕਰਨਾ ਪਏਗਾ। ਉਸ ਲਈ ਮੈਂ ਐਸਜੀਪੀਸੀ ਵਾਲਿਆਂ ਨੂੰ ਇੱਕ ਵਾਰੀ ਸੁਝਾਅ ਦਿੱਤਾ ਸੀ ਕਿ ਕਰੋੜਾਂ ਰੁਪਏ ਨੇ ਗੁਰਦੁਆਰਿਆਂ ਕੋਲੇ, ਹਰ ਗੁਰਦੁਆਰੇ ਦੇ ਨਾਲ ਇੱਕ ਟ੍ਰੇਨਿੰਗ ਸੈਂਟਰ ਹੋਏ ਬੱਚੀਆਂ ਲਈ, ਛੋਟੇ ਬਚਪਨ ਤੋਂ ਸ਼ੁਰੂ ਕਰਕੇ ਕਿ ਉਹਨਾਂ ਨੂੰ ਕਰਾਟੇ ਵਗੈਰਾ ਜਾਂ ਫਿਜ਼ੀਕਲ ਪ੍ਰੋਟੈਕਸ਼ਨ ਲਈ ਟ੍ਰੇਨਿੰਗ ਪੂਰੀ ਹੋਵੇ, ਤਾਂ ਜੋ ਉਹ ਕਿਸੇ ਤੋਂ ਡਰਨ ਨਾ ਜ਼ਿੰਦਗੀ 'ਚ ਸਹੀ ਆਪਣਾ ਕਦਮ ਉਠਾ ਸਕਣ। ਇਸੇ ਤਰ੍ਹਾਂ ਉਹਨਾਂ ਨੂੰ ਮੋਰਲ ਕਰੇਜ ਦਿੱਤਾ ਜਾਵੇ, ਸਪਿਰਿਚੁਅਲ ਸਟਰੈਂਥ ਦਿੱਤੀ ਜਾਵੇ। ਇਹ ਦੋ ਚੀਜ਼ਾਂ ਉਹਨਾਂ ਦੇ ਕੋਲ ਹੋਣਗੀਆਂ ਤਦ ਹੀ ਉਹ ਜ਼ਿੰਦਗੀ ਨੂੰ ਸਹੀ ਤਰ੍ਹਾਂ ਫੇਸ ਕਰ ਸਕਣਗੀਆਂ, ਸਹੀ ਰਸਤਾ ਚੁਣ ਸਕਣਗੀਆਂ, ਸਹੀ ਕੰਮ ਕਰ ਸਕਣਗੀਆਂ। ਤੂੰ ਇਸ ਪਾਸੇ ਇੱਕ ਕਦਮ ਪੁੱਟੇ ਨੇ, ਮੈਂ ਖੁਸ਼ ਹਾਂ। ਜਿਸ ਸਮਾਜ ਵਿੱਚ ਔਰਤ ਸਮੱਸਿਆ ਗ੍ਰਸਤ ਹੈ, ਉਹ ਸਮਾਜ ਕਦੇ ਵੀ ਸਮੱਸਿਆ ਰਹਿਤ ਨਹੀਂ ਹੋ ਸਕਦਾ। ਪ੍ਰੋਫੈਸਰ ਦਵਿੰਦਰ ਸਿੱਧੂ ਦਾ ਸੀਰੀਅਲ ਮੈਂ ਗੂੰਗੀ ਨਹੀਂ ਔਰਤ ਦੀਆਂ ਅਜਿਹੀਆਂ ਸਮੱਸਿਆਵਾਂ ਨੂੰ ਪੇਸ਼ ਕਰ ਰਿਹਾ ਹੈ ਜਿਸ ਵਿੱਚ ਉਸ ਦੀ ਸਥਿਤੀ ਬੜੀ ਕਰੁਣਾਮਈ ਹੈ। ਮੈਂ ਸਮਝਦਾ ਸਿਰਫ ਇਹੀ ਗੱਲ ਨਹੀਂ ਇਸ ਸੀਰੀਅਲ ਦੇ ਵਿੱਚ ਆ ਰਹੀ, ਬਲਕਿ ਔਰਤ ਦੀ ਹੋਂਦ ਤੇ ਹੱਕਾਂ ਦੀ ਚੇਤਨਾ ਜੋ ਉਸ ਵਿੱਚ ਪ੍ਰਵੇਸ਼ ਕਰ ਰਹੀ ਹੈ, ਉਸ ਨੂੰ ਵੀ ਇਹ ਸੀਰੀਅਲ ਆਵਾਜ਼ ਦੇ ਰਿਹਾ ਹੈ। ਤੇ ਮੈਂ ਇਸ ਪ੍ਰਭਾਵਸ਼ਾਲੀ ਤੇ ਮੁੱਲਵਾਨ ਸੀਰੀਅਲ ਦੇ ਉੱਤੇ ਸਮੂਹ ਕਲਾਕਾਰਾਂ ਨੂੰ ਮੁਬਾਰਕਬਾਦ ਦਿੰਦਾ। ਸਾਡੇ ਸਮਾਜ ਦੀ ਦੁੱਖ ਦੀ ਰਾਗ ਉੱਤੇ ਇੱਕ ਬਹੁਤ ਹੀ ਦਿਲ ਨੂੰ ਹਿਲਾ ਦੇਣ ਵਾਲੀ ਸਮੱਸਿਆ ਉੱਤੇ ਇਹ ਸੀਰੀਅਲ ਹੈ ਜਿਹੜਾ ਉਹ ਸਾਨੂੰ ਸਾਰਿਆਂ ਨੂੰ ਚੇਤਨ ਅਤੇ ਖਬਰਦਾਰ ਕਰਦਾ ਹੈ। ਮੈਂ ਇਹਦੇ ਲਈ ਦਵਿੰਦਰ ਸਿੱਧੂ ਨੂੰ, ਦੂਰਦਰਸ਼ਨ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ ਕਿ ਉਹਨਾਂ ਨੇ ਸਾਡੇ ਸਮਾਜ ਦੀ ਧੜਕਣ ਉੱਤੇ ਹੱਥ ਰੱਖ ਕੇ ਇਸ ਨੂੰ ਸਮਝਣ ਦਾ ਯਤਨ ਕੀਤਾ ਤੇ ਇਹਦੇ ਕਰਕੇ ਸਮਾਜ ਜਿਸ ਗਿਰਾਵਟ ਵੱਲ ਨੂੰ ਜਾ ਰਿਹਾ ਹੈ ਉਹਦੇ ਤੋਂ ਸਾਨੂੰ ਸਾਰਿਆਂ ਨੂੰ ਖਬਰਦਾਰ ਕੀਤਾ ਹੈ। ਇਹ ਕਲਾ ਦੀ, ਜ਼ਿੰਦਗੀ ਦੀ, ਦੂਰਦਰਸ਼ਨ ਦੀ ਸਾਡੀ ਸਾਰਿਆਂ ਦੀ ਇੱਕ ਪ੍ਰਾਪਤੀ ਹੈ ਤੇ ਸਾਨੂੰ ਇਹਦੇ ਤੇ ਬਹੁਤ ਹੀ ਮਾਣ ਹੋਣਾ ਚਾਹੀਦਾ ਹੈ। ਦਵਿੰਦਰ ਸਿੱਧੂ ਦਾ ਇਹ ਨਾਟਕ ਅੱਜ ਦੇ ਪੋਲਿਊਟਡ ਸਮਾਜ ਵਿੱਚ ਇੱਕ ਆਸ਼ਾ ਦੀ ਕਿਰਨ ਲੈ ਕੇ ਆਇਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਨਾਟਕ ਦੇਖਣ ਤੋਂ ਬਾਅਦ ਕਰੋੜਾਂ ਲੜਕੀਆਂ ਦੇ ਮੂੰਹ ਵਿੱਚ ਜ਼ਬਾਨ ਆ ਜਾਏਗੀ ਤੇ ਉਹ ਸਮਾਜਿਕ ਕੁਰੀਤੀਆਂ ਨਾਲ ਲੜਦੀਆਂ ਹੋਈਆਂ ਇਹ ਕਹਿ ਸਕਣਗੀਆਂ, ਮੈਂ ਗੂੰਗੀ ਨਹੀਂ। ਜਦੋਂ ਮੇਰੇ ਸਹੁਰਿਆਂ ਨੂੰ ਪਤਾ ਲੱਗਾ ਕਿ ਮੇਰੇ 2 ਬੇਟੀਆਂ ਹਨ ਤਾਂ ਉਹਨਾਂ ਨੇ ਮੈਨੂੰ ਉਸ ਦਿਨ ਤੋਂ ਹੀ ਘਰੋਂ ਕੱਢ ਦਿੱਤਾ ਸੀ। ਆਹ ਦੇਖੋ, ਮੈਂ ਇਹਨਾਂ ਦੋਨਾਂ ਬੱਚਿਆਂ ਨੂੰ ਜਨਮ ਦੇ ਕੇ ਆਪਣੇ ਕੋਲ ਚੱਕੀ ਖੜੀ ਹਾਂ। ਇਹਨਾਂ ਨੂੰ ਪੁੱਤਾਂ ਵਾਂਗ ਪਿਆਰ ਦਿੰਦੀ ਹਾਂ। ਮੈਡਮ ਦਵਿੰਦਰ ਕੌਰ ਦਾ ਨਾਟਕ ਦੇਖਦੀ ਹਾਂ ਤਾਂ ਮੈਂ ਆਪਣੇ ਬੱਚਿਆਂ ਨੂੰ ਹੌਸਲੇ ਨਾਲ ਪਾਲਦੀ ਹਾਂ। ਇਹ ਦੇਖਦੀ ਹਾਂ ਕਿ ਮੇਰੀਆਂ ਬੱਚੀਆਂ ਇਹ ਮੇਰੀਆਂ ਬੇਟੀਆਂ ਨਹੀਂ ਹਨ, ਮੇਰੇ 2 ਪੁੱਤ ਹਨ। ਇੱਕ ਦਿਨ ਇਹ ਵੀ ਡਟ ਕੇ ਮੁਕਾਬਲਾ ਕਰ ਲੈਣਗੇ ਤੇ ਕੁਝ ਬਣ ਜਾਣਗੇ ਤੇ ਮਾਂ-ਬਾਪ ਦਾ ਸੁਧਾਰ ਕਰ ਲੈਣਗੇ। ਪਰ ਇਹੋ ਜਿਹੇ ਪਿਓ ਵੀ ਦੁਨੀਆ ਵਿੱਚ ਹਨ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਦਿੱਤਾ। ਮੈਂ ਇਹਨਾਂ ਦੋਨਾਂ ਬੱਚਿਆਂ ਨੂੰ ਪਿਓ ਵਾਲਾ ਪਿਆਰ ਵੀ ਦੇ ਰਹੀ ਹਾਂ ਤੇ ਮਾਂ ਵਾਲਾ ਪਿਆਰ ਵੀ ਦੇ ਰਹੀ ਹਾਂ। ਅੱਜ ਵੀ ਮੈਂ ਗਵਰਨਮੈਂਟ ਅੱਗੇ ਇਹੀ ਮੰਗ ਕਰਦੀ ਹਾਂ ਕਿ ਇਹੋ ਜਿਹੇ ਬੰਦੇ ਨੂੰ ਕੋਈ ਕਾਨੂੰਨੀ ਸਜ਼ਾ ਦਿੱਤੀ ਜਾਵੇ ਤੇ ਮੇਰੀਆਂ ਬੱਚੀਆਂ ਦਾ ਹੱਕ ਮੈਨੂੰ ਦਿੱਤਾ ਜਾਵੇ। ਇਹੋ ਜਿਹੇ ਸੀਰੀਅਲ ਦੀ ਅੱਜ ਬਹੁਤ ਲੋੜ ਹੈ ਤਾਂ ਕਿ ਸਾਡੀ ਔਰਤ ਹੈ, ਜਿਹੜੀ ਪੰਜਾਬੀ ਸਮਾਜ ਦੀ ਔਰਤ ਹੈ, ਚੇਤਨ ਹੋ ਸਕੇ, ਆਪਣੇ ਅਧਿਕਾਰਾਂ ਤੇ ਆਪਣੇ ਹੱਕਾਂ ਲਈ ਉਹ ਲੜ ਸਕੇ। ਦਵਿੰਦਰ ਸਿੱਧੂ ਜੀ ਨੂੰ ਤੇ ਹੋਰ ਸਾਰੇ ਅਮਲੇ ਨੂੰ ਇਹੋ ਜਿਹਾ ਪ੍ਰੋਗਰਾਮ ਸ਼ੁਰੂ ਕਰਨ ਲਈ ਵਧਾਈ ਦਿੰਦਾ ਜੀ। ਪੰਜਾਬੀ ਸੱਭਿਆਚਾਰ ਦੇ ਅਖੌਤੀ ਸੇਵਾਦਾਰਾਂ ਜਾਂ ਪਹਿਰੇਦਾਰਾਂ ਦੁਆਰਾ ਨੰਗੇਜ਼ਬਾਦ ਦਾ ਜ਼ਹਿਰ ਫੈਲਾ ਕੇ ਅੱਜ ਸਾਡੇ ਮਾਨਵਤੇ ਸੱਭਿਆਚਾਰ ਦੀ ਜੋ ਦੁਰਦਸ਼ਾ ਬਣਾਈ ਜਾ ਰਹੀ ਹੈ ਉਹ ਆਪਣੇ ਆਪ 'ਚ ਬਹੁਤ ਹੀ ਦੁੱਖ ਤੇ ਸ਼ਰਮ ਵਾਲੀ ਗੱਲ ਹੈ। ਇਸ ਦੇ ਵਿਰੁੱਧ ਇਸ ਵਕਤ ਹਰੇਕ ਜਾਗਦੀ ਜ਼ਮੀਰ ਵਾਲੇ ਇਨਸਾਨ ਨੂੰ ਡਟ ਕੇ ਖਲੋਣ ਦੀ ਲੋੜ ਹੈ। ਜਿਵੇਂ ਅਜਿਹੀਆਂ ਹੀ ਭੈੜੀਆਂ ਸਮਾਜਿਕ ਕੁਰੀਤੀਆਂ ਵਿਰੁੱਧ ਪ੍ਰੋਫੈਸਰ ਦਵਿੰਦਰ ਕੌਰ ਸਿੱਧੂ ਵੱਲੋਂ ਜਲੰਧਰ ਦੂਰਦਰਸ਼ਨ ਦੇ ਮਾਧਿਅਮ ਤੋਂ ਆਪਣਾ ਨਾਟਕ ਮੈਂ ਗੂੰਗੀ ਨਹੀਂ ਪੇਸ਼ ਕਰਕੇ ਸ਼ਲਾਘਾਯੋਗ ਕਦਮ ਪੁੱਟਿਆ ਜਾ ਰਿਹਾ ਹੈ। ਅਜਿਹੇ ਮੁਬਾਰਕ ਕਦਮਾਂ ਦਾ ਸਾਨੂੰ ਸਭ ਨੂੰ ਦਿਲੋਂ ਸਵਾਗਤ ਕਰਨਾ ਚਾਹੀਦਾ ਹੈ। ਪੰਜਾਬੀ ਕਵਿਤਾ ਤੇ ਗੀਤ ਵੀ ਸਾਡੇ ਰੁੱਖਾਂ ਦੀਆਂ ਨੰਗੀਆਂ ਸ਼ਾਖਾਵਾਂ ਲਈ ਕੁਦਰਤ ਤੋਂ ਪੱਤੀਆਂ ਤੇ ਵਸਤਰਾਂ ਦੀ ਮੰਗ ਕਰਦੇ ਨੇ। ਸੁਰਜੀਤ ਪਾਤਰ ਆਖਦੇ ਨੇ, ਨੰਗੀਆਂ ਸ਼ਾਖਾਵਾਂ ਲਈ ਮੇਰਿਆ ਮਾਲਕਾ ਦੇ 2-3 ਪੱਤੀਆਂ ਪਹਿਨਣ ਲਈ। ਪਰ ਪੰਜਾਬੀ ਅਖੌਤੀ ਸੱਭਿਆਚਾਰ ਜਿਸ ਕਦਰ ਪੰਜਾਬ ਦੀ ਧੀ ਨੂੰ ਪੇਸ਼ ਕਰ ਰਿਹਾ ਹੈ ਉਸ ਨਾਲ ਸਾਡੀ ਧੀ, ਸਾਡੀ ਭੈਣ ਮੰਡੀ ਦੀ ਵਸਤੂ ਬਣ ਕੇ ਰਹਿ ਗਈ ਹੈ। ਸਾਨੂੰ ਵਾਪਸ ਪਰਤਣਾ ਹੋਏਗਾ। ਮੈਂ ਗੂੰਗੀ ਨਹੀਂ ਪਗਡੰਡੀਆਂ ਬਣਾ ਰਿਹਾ ਹੈ। ਸਾਨੂੰ ਰਸਤੇ ਬਣਾ ਕੇ ਇਹਨਾਂ ਤੇ ਚੱਲਣਾ ਹੋਏਗਾ। ਮੈਡਮ ਦਵਿੰਦਰ ਸਿੱਧੂ ਦਾ ਇਹ ਸੀਰੀਅਲ ਮੈਂ ਗੂੰਗੀ ਨਹੀਂ ਇਹ ਸਮਾਜਿਕ ਬੁਰਾਈ ਦੇ ਖਿਲਾਫ ਇੱਕ ਵੱਡੀ ਚੁਣੌਤੀ ਤੇ ਲੜਾਈ ਲੈ ਕੇ ਅੱਗੇ ਆ ਰਿਹਾ ਹੈ। ਮੈਂ ਸਾਰੇ ਨੌਜਵਾਨ ਵਰਗ ਨੂੰ ਅਪੀਲ ਕਰਦਾ ਹਾਂ ਕਿ ਇਸ ਦਾ ਜੋ ਮੈਸੇਜ ਹੈ ਸਾਰੇ ਘਰ ਘਰ ਤੱਕ ਪਹੁੰਚਾਇਆ ਜਾਵੇ। ਪ੍ਰੋਫੈਸਰ ਦਵਿੰਦਰ ਕੌਰ ਸਿੱਧੂ ਵੱਲੋਂ ਤਿਆਰ ਕੀਤਾ ਸੀਰੀਅਲ ਮੈਂ ਗੂੰਗੀ ਨਹੀਂ ਸਾਡੇ ਸਮਾਜ ਵਿੱਚ ਔਰਤ ਜਾਤੀ ਉੱਪਰ ਹੁੰਦੇ ਅਤਿਆਚਾਰ ਉੱਤੇ ਇੱਕ ਗਹਿਰੀ ਚੋਟ ਸਾਬਤ ਹੋ ਰਿਹਾ ਹੈ, ਕਿਉਂਕਿ ਸਾਡੇ ਸਮਾਜ ਵਿੱਚ ਦਾਜ ਦੀ ਸਮੱਸਿਆ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਜਿਨ੍ਹਾਂ ਵਿਰੁੱਧ
ਮੈਡਮ ਜੀ ਨੇ ਇਸ ਸੀਰੀਅਲ ਦੇ ਮਾਧਿਅਮ ਰਾਹੀਂ ਲੋਕਾਂ ਦੀ ਸੋਚ ਨੂੰ ਬਦਲਣ ਦਾ ਬਹੁਤ ਵੱਡਾ ਉਪਰਾਲਾ ਕੀਤਾ ਹੈ। ਜਿਵੇਂ ਬੱਚੀ ਨੂੰ ਜਨਮ ਤੋਂ ਪਹਿਲਾਂ ਹੀ ਮਾਂ ਦੀ ਕੁੱਖ ਵਿੱਚ ਕਤਲ ਕਰ ਦੇਣ ਨਾਲ ਸਾਡੇ ਸਮਾਜਿਕ ਰਿਸ਼ਤਿਆਂ ਵਿੱਚ ਖੜੋਤ ਆ ਸਕਦੀ ਹੈ। ਮੈਂ ਆਪਣੀ ਏਕ ਨੂੰ ਸਵੈ ਸੇਵੀ ਸੰਸਥਾ ਰਜਿਸਟਰ ਭਰਾ ਵੱਲੋਂ ਮੈਡਮ ਸਿੱਧੂ ਜੀ ਨੂੰ ਮੁਬਾਰਕਬਾਦ ਦਿੰਦਾ ਹਾਂ। ਮੈਂ ਆਸ ਕਰਦਾ ਹਾਂ ਕਿ ਸਰਕਾਰਾਂ ਵੀ ਇਹੋ ਜਿਹੇ ਸੀਰੀਅਲ ਨੂੰ ਅਡਾਪਟ ਕਰਕੇ ਦਿਖਾਉਣਗੀਆਂ। ਮੈਂ ਆਬੂ ਧਾਬੀ ਰਹਿੰਦਾ ਜੀ। ਜਿੱਧਰ ਵੀ ਇਹ ਨਾਟਕ ਹੁੰਦਾ ਮੈਂ ਗੁੰਗੀ ਨਹੀਂ, ਅਸੀਂ ਸਾਰੇ ਰਲ ਕੇ ਦੇਖਦੇ ਹਾਂ। ਭਾਵੇਂ ਸਾਨੂੰ ਛੁੱਟੀ ਵੀ ਕਰਨੀ ਪਵੇ ਫਿਰ ਵੀ ਅਸੀਂ ਰਲ ਕੇ ਦੇਖਦੇ ਹਾਂ ਔਰ ਬਹੁਤ ਵਧੀਆ ਨਾਟਕ ਆ। ਸਾਨੂੰ ਸਾਰਿਆਂ ਨੂੰ ਧੀਆਂ ਭੈਣਾਂ ਦੀ ਇੱਜ਼ਤ ਕਰਨੀ ਚਾਹੀਦੀ ਆ। ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਕਿ ਹਰ ਨੌਜਵਾਨ ਨੂੰ ਮੇਰਾ ਇਹ ਕਹਿਣਾ, ਹਰ ਨੌਜਵਾਨ ਨੂੰ ਧੀ ਭੈਣ ਦੀ ਇੱਜ਼ਤ ਕਰਨੀ ਚਾਹੀਦੀ ਆ। ਸਾਡੇ ਵਾਹਿਗੁਰੂ ਦਾ ਵੀ ਹੁਕਮ ਆ, ਗਰੀਬ ਗੁਰ ਦੀ ਰੱਖਿਆ ਕਰੋ, ਧੀ ਭੈਣ ਦੀ ਇੱਜ਼ਤ ਕਰੋ। ਮੈਂ ਉਹਦੇ ਪੁੱਤਾਂ ਕੋਲ ਤੇ ਨੂੰਹਾਂ ਕੋਲ ਨਿਊਯਾਰਕ ਵਿੱਚ ਰਹਿੰਦੀ ਹਾਂ। ਉਹ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਆ। ਮੇਰੇ 4 ਬੱਚੇ ਹਨ, 2 ਬੇਟੀਆਂ 2 ਬੇਟੇ। ਉਹ ਚਾਰੇ ਮੈਂ 1 ਰੁਪਈਏ ਦੇ ਸਗਨ ਨਾਲ ਹੀ ਸਾਰੇ ਵਿਆਹੇ ਆ। ਮੈਂ ਭੈਣ ਭਰਾਵਾਂ ਨੂੰ ਇਹ ਬੇਨਤੀ ਕਰਦੀ ਹਾਂ ਵੀ ਦਾਜ ਦਹੇਜ ਕੁਛ ਨਾ ਲਓ, ਕਿਸੇ ਕੋਲੋਂ ਕੁਛ ਨਾ ਮੰਗੋ। ਜੇ ਮੰਗੋ ਤਾਂ ਪਰਮਾਤਮਾ ਕੋਲੋਂ ਮੰਗੋ, ਧੀਆਂ ਵਾਲਿਆਂ ਕੋਲੋਂ ਕਿਉਂ ਮੰਗੋ। ਮੈਂ ਕਹਿੰਦੀ ਹਾਂ ਵੀ ਜੇ ਪਰਮਾਤਮਾ ਨੇ ਮੇਰੀ ਉਮਰ ਲੰਮੀ ਕੀਤੀ ਤਾਂ ਮੈਂ ਪੋਤੇ ਪੋਤੀਆਂ ਵੀ ਇਸੇ ਤਰ੍ਹਾਂ ਹੀ ਵਿਆਹੂੰਗੀ, ਕਿਉਂ ਜਿਹੜੇ ਮੇਰੇ ਪਤੀ ਸੀ ਉਹ ਵੀ ਇਸ ਪਰੰਪਰਾ ਦੇ ਸੀ। ਮੈਂ ਆਪਣੀ ਬੇਟੀ ਵਿਆਹੀ ਸੀ ਤੇ ਆਪਣੇ ਘਰ ਸੁਖੀ ਬਸੂਗੀ, ਪਰ ਉਹਨਾਂ ਨੇ ਦਹੇਜ ਕਰਕੇ ਬਹੁਤ ਤੰਗ ਕਰਨਾ ਸ਼ੁਰੂ ਕਰ ਦਿੱਤਾ ਵੀ ਤੇਰੀ ਮਾਂ ਨੇ ਦਾਜ ਨਹੀਂ ਦਿੱਤਾ। ਮੇਰੀ ਬੇਟੀ ਇਹੀ ਕਹਿੰਦੀ ਸੀ ਵੀ ਮੰਮਾ ਕਿਸੇ ਕੋ ਗੱਲ ਨਾ ਕਰਿਓ, ਵੀ ਜਦ ਮੈਨੂੰ ਬਾਬਾ ਜੀ ਨੇ ਕਾਕਾ ਦੇ ਦੇਣਾ ਸਭ ਠੀਕ ਹੋ ਜਾਣਾ। ਕਾਕਾ ਵੀ ਦੇ ਦਿੱਤਾ। ਮੈਂ ਸ਼ੁਸ਼ਕ ਦੇ ਆਈ, ਵਿੱਚ ਟੀਵੀ ਦਿੱਤਾ, ਚੈਨੀ ਪਾਈ, ਕਾਕੇ ਨੂੰ ਮੁੰਦੀ ਪਾਈ। ਹੁਣ ਤਾਂ ਮੋਟਰਸਾਈਕਲ ਮੰਗਦੇ ਸੀਗੇ ਅਖੀਰ ਟਾਈਮ। ਮੇਰੀ ਧੀ ਕਹਿਣ ਲੱਗੀ ਵੀ ਮੋਟਰਸਾਈਕਲ ਕਿੱਥੋਂ ਦੇਣ, ਉਹਨਾਂ ਨੇ ਇੰਨਾ ਖਰਚਾ ਕੀਤਾ ਸ਼ੁਸ਼ਕ ਤੇ। ਵੀ ਉਹਨੂੰ ਕੁੱਟਣ ਮਾਰਨ ਲੱਗ ਪਏ। ਅਖੀਰ ਉਹਨਾਂ ਨੇ ਮਾਰ ਦਿੱਤਾ, ਤੇਜ਼ਾਬ ਪਾ ਕੇ ਮਾਰੀ ਉਹ ਸੀ ਮੇਰੀ ਧੀ। ਯੁੱਗ ਬਦਲ ਗਿਆ, ਸਾਡੀ ਸੋਚ ਉੱਥੇ ਹੀ ਖੜੀ ਹੈ। ਫਰਕ ਸਿਰਫ ਇਤਨਾ ਹੀ ਹੈ ਕਿ ਪਹਿਲਾਂ ਕੁੜੀ ਨੂੰ ਜੰਮਣ ਤੇ ਮਾਰ ਦਿੱਤਾ ਜਾਂਦਾ ਸੀ, ਹੁਣ ਆਧੁਨਿਕ ਸਹੂਲਤਾਂ ਦੀ ਦੁਰਵਰਤੋਂ ਕਰਕੇ ਅਸੀਂ ਇਸ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਨੇ ਹਾਂ। ਡਾਕਟਰ ਸਾਥੀਓ, ਆਓ ਰਲ ਕੇ ਇਸ ਸਮੱਸਿਆ ਦਾ ਅੰਤ ਕਰੀਏ। ਇਹ ਤੁਹਾਡੇ ਸਹਿਯੋਗ ਬਿਨਾਂ ਸੰਭਵ ਨਹੀਂ ਹੈ। 84 ਲੱਖ ਜਨਮਾਂ ਤੋਂ ਬਾਅਦ ਮਨੁੱਖੀ ਜਨਮ ਮਿਲਦਾ ਹੈ। ਇਸ ਜਨਮ ਨੂੰ ਮਾਂ ਦੇ ਪੇਟ ਵਿੱਚ ਖਤਮ ਕਰਨ ਦਾ ਕਿਸੇ ਨੂੰ ਹੱਕ ਨਾ ਹੈ। ਕਾਨੂੰਨੀ ਨਿਗਾਹ ਤੋਂ ਬਚ ਜਾਓਗੇ, ਪਰ ਉਸ ਪਰਮਾਤਮਾ ਦੀ ਨਿਗਾਹ ਤੋਂ ਬਚਣਾ ਬਹੁਤ ਔਖਾ ਹੈ। ਆਓ ਇਸ ਅਪਰਾਧ ਨੂੰ ਖਤਮ ਕਰਨ ਦੀ ਸੁਗੰਧ ਖਾਈਏ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਗੁਰੂਆਂ ਪੀਰਾਂ ਨੇ ਸਾਨੂੰ ਬਹੁਤ ਵਧੀਆ ਜੀਵਨ ਜਾਚ ਅਤੇ ਇਸਤਰੀ ਜਾਤੀ ਦਾ ਸਤਿਕਾਰ ਕਰਨਾ ਸਿਖਾਇਆ ਹੈ, ਜੋ ਕਿ ਅਸੀਂ ਭੁੱਲਦੇ ਜਾ ਰਹੇ ਹਾਂ। ਇਸੇ ਕਰਕੇ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ। ਸਾਨੂੰ ਚਾਹੀਦਾ ਕਿ ਅਸੀਂ ਆਪਣੇ ਗੁਰੂਆਂ ਪੀਰਾਂ ਦੀ ਜੀਵਨ ਜਾਚ ਨੂੰ ਯਾਦ ਰੱਖੀਏ ਤਾਂ ਕਿ ਇਹਨਾਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ। ਸਾਡੇ ਦੇਸ਼ ਵਿੱਚ ਤਕਰੀਬਨ 33 ਕਰੋੜ ਦੇਵੀ ਦੇਵਤੇ ਨੇ ਔਰ ਦੇਵੀਆਂ ਦੀ ਪੂਜਾ ਵੀ ਕੀਤੀ ਜਾਂਦੀ ਹੈ, ਲੇਕਿਨ ਇਹ ਬੜੀ ਹੈਰਾਨਗੀ ਦੀ ਗੱਲ ਹੈ ਕਿ ਇਹ ਸਾਰਾ ਕੁਝ ਜਾਣਦੇ ਹੋਏ ਜਿਹੜਾ ਔਰਤਾਂ ਤੇ ਸ਼ੋਸ਼ਣ ਹੋ ਰਿਹਾ ਹੈ ਉਹ ਬੜੀ ਸ਼ਰਮਨਾਕ ਗੱਲ ਹੈ। ਮੈਡਮ ਦਵਿੰਦਰ ਸਿੱਧੂ ਦਾ ਇਹ ਸੀਰੀਅਲ ਮੈਂ ਗੂੰਗੀ ਨਹੀਂ ਇਸ ਖੇਤਰ ਦੇ ਵਿੱਚ ਇੱਕ ਉਪਰਾਲਾ ਹੈ ਜਿਹੜਾ ਕਿ ਲੋਕਾਂ ਦੀ ਮਨੋਵਿਗਿਆਨਕ ਹਾਲਤ ਨੂੰ ਜਾਗਰਿਤ ਕਰੂਗਾ। ਬਾਹਰਲੇ ਮੁਲਕ ਨੂੰ ਜਾਣਾ ਅਤੇ ਉੱਥੇ ਜਾ ਕੇ ਧਨ ਕਮਾਉਣਾ ਕੋਈ ਮਾੜੀ ਗੱਲ ਨਹੀਂ, ਪਰ ਬਾਹਰ ਜਾ ਕੇ ਆਪਣਿਆਂ ਨੂੰ ਤੇ ਆਪਣੇ ਵਤਨ ਨੂੰ ਭੁੱਲ ਜਾਣਾ ਬਹੁਤ ਮਾੜੀ ਗੱਲ ਹੈ। ਯਾਦ ਰੱਖੋ ਉਹਨਾਂ ਨੂੰ ਜਿਨ੍ਹਾਂ ਨੇ ਆਪਣੀ ਮਿਹਨਤ ਮੁਸ਼ੱਕਤ ਦੀ ਕਮਾਈ ਨਾਲ ਤੁਹਾਨੂੰ ਬਾਹਰ ਭੇਜਿਆ, ਉਹਨਾਂ ਪ੍ਰਤੀ ਵੀ ਤੁਹਾਡੇ ਕੁਝ ਜ਼ਰੂਰੀ ਫਰਜ਼ ਨੇ ਜਿਹੜੇ ਤੁਹਾਨੂੰ ਅਦਾ ਕਰਨੇ ਚਾਹੀਦੇ ਨੇ। 5 ਸਾਲ ਮੇਰੇ ਵਿਆਹ ਨੂੰ ਹੋ ਗਏ ਆ। ਮੇਰਾ ਘਰ ਵਾਲਾ ਬਾਹਰ ਚਲਾ ਗਿਆ ਅਮਰੀਕਾ, ਮੈਨੂੰ ਛੱਡ ਕੇ। ਉਹਨਾਂ ਨੇ ਮੈਨੂੰ ਸਿਰਫ ਇੱਕ ਵਾਰੀ ਫੋਨ ਕੀਤਾ, ਮੁੜ ਕੇ ਮੈਨੂੰ ਫੋਨ ਨਹੀਂ ਕੀਤਾ। ਮੇਰੇ ਸੱਸ ਸਹੁਰੇ ਮੈਨੂੰ ਬਹੁਤ ਤੰਗ ਕਰਦੇ ਹੈਗੇ ਆ। ਉਹ ਕਹਿੰਦੇ ਪਹਿਲੇ ਦਿਨ ਤੋਂ ਸਾਡੇ ਬੇਟੇ ਨੂੰ ਤੂੰ ਪਸੰਦ ਨਹੀਂ ਹੈਗੀ ਆ। ਮੇਰੀ ਇੱਕ ਬੇਟੀ ਵੀ ਹੈਗੀ ਆ, ਉਹ ਹੁਣ ਪਾਪਾ ਵੱਲੋਂ ਪੁੱਛਦੀ ਹੈਗੀ ਆ। ਦੱਸੋ ਮੈਂ ਹੁਣ ਕੀ ਕਰਾਂ। ਮੈਂ ਇੰਗਲੈਂਡ ਵਿੱਚ ਰਹਿੰਦੀ ਆ, ਪਰ ਮੇਰੀ ਆਤਮਾ ਹਮੇਸ਼ਾ ਪੰਜਾਬ ਵਿੱਚ ਵਸਦੀ ਹੈ। 2 ਬੇਟੇ ਨੇ ਮੇਰੇ, ਬੜਾ ਪਿਆਰ ਕਰਦੇ ਨੇ ਮੈਨੂੰ, ਪਰ ਮੈਨੂੰ ਇੱਕੋ ਕਮੀ ਹਮੇਸ਼ਾ ਮਹਿਸੂਸ ਹੁੰਦੀ ਹੈ, ਧੀ ਦੀ। ਕਾਸ਼ ਮੇਰੇ ਵੀ ਇੱਕ ਧੀ ਹੁੰਦੀ, ਮੇਰਾ ਦੁੱਖ ਸੁੱਖ ਵੰਡਾਉਂਦੀ। ਇੱਕ ਪਿਆਰੀ ਜਿਹੀ ਨੂੰਹ ਆਈ ਘਰ ਵਿੱਚ ਮੇਰੀ ਧੀ ਬਣ ਕੇ। ਹੁਣ ਮੈਨੂੰ ਇੰਜ ਲੱਗਦਾ ਹੈ ਮੇਰਾ ਪਰਿਵਾਰ ਸੰਪੂਰਨ ਹੋ ਗਿਆ। ਸੋ ਜਿੰਨਾ ਪੁੱਤਰ ਦਾ ਹੋਣਾ ਘਰ ਵਿੱਚ ਜ਼ਰੂਰੀ ਹੈ, ਉਨਾ ਹੀ ਧੀ ਦਾ। ਗੁਰੂ ਸਾਹਿਬਾਨ, ਮਹਾਪੁਰਸ਼ਾਂ ਤੇ ਸ਼ਹੀਦਾਂ ਨੇ ਹਲੇਮੀ ਰਾਜ ਦੀ ਹਮਾਇਤ ਕੀਤੀ ਹੈ
ਗੁਰਬਾਣੀ ਅਨੁਸਾਰ ਤਖਤ ਰਾਜਾ ਸੋਭ ਹੈ ਜੇ ਤਖਤੇ ਲਾਇਕ ਹੋਈ। ਲੇਕਿਨ ਅੱਜ ਸਾਡਾ ਜਿਹੜਾ ਸਮਾਜ ਹੈ ਉਹ ਭ੍ਰਿਸ਼ਟਾਚਾਰ ਵੱਲ ਵੱਧ ਚੁੱਕਾ ਹੈ, ਜਿਸ ਦੀ ਨਿਰਾਸ਼ਾ ਦੇ ਆਲਮ ਕਰਕੇ ਜਿੱਥੇ ਨੌਜਵਾਨ ਨਸ਼ਿਆਂ ਵੱਲ ਵੱਧ ਰਹੇ ਹਨ, ਉੱਥੇ ਅਸੀਂ ਆਪਣੀ ਸਵਾਰਥ ਸੋਚ ਦੇ ਅਧੀਨ ਦਾਜ, ਦਹੇਜ, ਭਰੂਣ ਹੱਤਿਆ ਅਤੇ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਵਿੱਚ ਗੁਲਤਾਨ ਹੁੰਦੇ ਜਾ ਰਹੇ ਹਾਂ, ਜਿਸ ਦਾ ਹੱਲ ਇਹੀ ਹੈ ਕਿ ਅਸੀਂ ਗੁਰਬਾਣੀ, ਅਮੀਰ ਵਿਰਸੇ, ਸੱਭਿਆਚਾਰ ਅਤੇ ਇਤਿਹਾਸ ਨਾਲ ਜੁੜੀਏ ਤਾਂ ਕਿ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ ਹੋ ਸਕੇ ਅਤੇ ਸਰਬੱਤ ਦੇ ਭਲੇ ਦਾ ਸੰਕਲਪ ਲੈ ਸਕੀਏ ਜੀ। ਗੁਰੂ ਨਾਨਕ ਦੇਵ ਜੀ ਦੇ ਜਿਸ ਜ਼ਮੀਨ ਉੱਪਰ ਨਾਮ ਲੇਵਾ ਵਸਦੇ ਹੋਣ, ਉੱਥੇ ਔਰਤ ਇਹੋ ਜਿਹੇ ਦੁੱਖਾਂ ਦੀ ਧਾਰਨੀ ਹੋਵੇ, ਇਹ ਹੋਰ ਵੀ ਅਫਸੋਸ ਦੀ ਗੱਲ ਹੈ। ਸਾਡੀਆਂ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਗੁਰੂ ਸਾਹਿਬ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਅਤੇ ਨਵੀਂ ਪੀੜ੍ਹੀ ਨੂੰ ਮਾਨਸਿਕ ਤੌਰ ਤੇ ਇਸ ਵਾਸਤੇ ਤਿਆਰ ਕਰਨ। ਇਹੀ ਸਮਾਜ ਦੀ ਅਤੇ ਔਰਤ ਜ਼ਾਤ ਦੀ ਸਭ ਤੋਂ ਵੱਡੀ ਸੇਵਾ ਹੋਵੇਗੀ। ਜੇ ਇਨਸਾਨ ਸਰੀਰਕ ਤੌਰ ਤੇ ਬਿਮਾਰ ਪੈ ਜਾਏ ਤਾਂ ਜ਼ਰੂਰਤ ਹੁੰਦੀ ਹੈ ਡਾਕਟਰ ਦੀ, ਪਰ ਜੇ ਇਨਸਾਨੀ ਸੋਚ ਬਿਮਾਰ ਪੈ ਜਾਵੇ ਤਾਂ ਜ਼ਰੂਰਤ ਹੁੰਦੀ ਹੈ ਨਰੋਈ ਸੇਧ ਦੇਣ ਵਾਲੀ ਕਲਾ ਦੀ, ਤੇ ਇਹੀ ਸੇਧ ਦੇ ਰਿਹਾ ਹੈ ਨਾਟਕ ਮੈਂ ਗੂੰਗੀ ਨਹੀਂ। ਮਾਪਿਆਂ ਨੂੰ ਚਾਹੀਦਾ ਕਿ ਧੀਆਂ ਦੀ ਕਲਾ ਦਾ ਪ੍ਰਦਰਸ਼ਨ ਕਰਨ ਦੇ ਲਈ ਉਹਨਾਂ ਦੀ ਮਦਦ ਕਰਨ, ਕਿਉਂਕਿ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਕੋਈ ਮਾੜੀ ਗੱਲ ਨਹੀਂ ਹੈ। ਮੈਂ ਆਪਣੇ ਕਾਲਜ ਵਿੱਚ ਬੈਸਟ ਸਿੰਗਰ ਰਹੀ ਹਾਂ, ਫਿਰ ਮੇਰੀ ਸ਼ਾਦੀ ਹੋ ਗਈ। ਮੈਂ ਚਾਹੁੰਦੀ ਸੀ ਕਿ ਮੈਂ ਸੁਰਿੰਦਰ ਕੌਰ ਜੀ ਵਾਂਗੂ ਪੰਜਾਬ ਦੀ ਕੋਲ ਕਰਕੇ ਜਾਣੀ ਜਾਵਾਂ। ਮੇਰੇ ਹਸਬੰਡ ਤਾਂ ਮੇਰੇ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਮੇਰੇ ਸੱਸ ਸਹੁਰਾ ਜੀ ਨਹੀਂ ਮੰਨਦੇ, ਉਹ ਕਹਿੰਦੇ ਹਨ ਕਿ ਇਹ ਘਟੀਆ ਕੰਮ ਹੈ, ਇਹ ਚੰਗੇ ਘਰਾਣੇ ਦੀਆਂ ਨੂੰਹਾਂ ਧੀਆਂ ਨੂੰ ਸ਼ੋਭਾ ਨਹੀਂ ਦਿੰਦੇ। ਹੁਣ ਜੇ ਮੈਂ ਆਪਣੇ ਮਨ ਦੀ ਗੱਲ ਮੰਨਦੀ ਹਾਂ ਤਾਂ ਮੇਰਾ ਸਹੁਰਾ ਪਰਿਵਾਰ ਨਾਰਾਜ਼ ਹੋ ਜਾਂਦਾ ਹੈ, ਜੇ ਮੈਂ ਸਹੁਰਿਆਂ ਦੀ ਗੱਲ ਮੰਨਦੀ ਹਾਂ ਤਾਂ ਮੇਰੀ ਕਲਾ ਦਾ ਦਮ ਘੁੱਟਦਾ ਹੈ। ਦੱਸੋ ਤਾਂ ਮੈਂ ਕੀ ਕਰਾਂ। ਦੁਨੀਆ ਦੇ ਮਹਾਨ ਚਿੰਤਕ ਕਾਰਲ ਮਾਰਕਸ ਨੇ ਕਿਹਾ ਵੀ ਜੇ ਕਿਸੇ ਬੁਰਾਈ ਬਾਰੇ ਅਸੀਂ ਲੋਕਾਂ ਦੇ ਵਿੱਚ ਚੇਤਨਾ ਪੈਦਾ ਕਰ ਦਈਏ, ਉਸ ਦੇ ਖਿਲਾਫ ਚਾਹੇ ਲੋਕ ਉੱਠਣ ਜਾਂ ਨਾ, ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਸ਼ਕਤੀ ਹੋਇਆ ਕਰਦੀ ਹੈ। ਮੈਡਮ ਸਿੱਧੂ ਦਾ ਇਹ ਉਪਰਾਲਾ ਲੋਕਾਂ ਦੇ ਵਿੱਚ ਚੇਤਨਾ ਪੈਦਾ ਕਰਨਾ ਇੱਕ ਬਹੁਤ ਵੱਡਾ ਯੋਗਦਾਨ ਹੈ ਸਮਾਜ ਦੇ ਲਈ, ਜਿਸ ਦੇ ਲਈ ਇਹ ਵਧਾਈ ਦੇ ਪਾਤਰ ਨੇ। ਹਿੰਦੁਸਤਾਨ ਦੇ ਜੋ ਸੰਵਿਧਾਨ ਆ ਉਹਦੇ ਵਿੱਚ ਇਹ ਗੱਲ ਸਾਫ਼ ਤੌਰ ਤੇ ਲਿਖੀ ਹੋਈ ਹੈ ਕਿ ਸਰਕਾਰ ਇੱਥੇ ਇੱਕ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਕਰੂਗੀ, ਪਰ ਇਸ ਸਭ ਕਾਸੇ ਨੂੰ ਸਰਕਾਰ ਤੋੜਦੀ ਹੋਈ ਇੱਕ ਰੈਵਨਿਊ ਇਕੱਠਾ ਕਰਨ ਦੇ ਨਾਂ ਦੇ ਉੱਤੇ ਆਏ ਸਾਲ ਅਰਬਾਂ ਰੁਪਏ ਦੇ ਠੇਕੇ ਨਿਲਾਮ ਕਰਕੇ ਉਸ ਤੋਂ ਮਾਲੀਆ ਇਕੱਠਾ ਕੀਤਾ ਜਾਂਦਾ। ਅੱਜ ਅਰਬ ਕੰਟਰੀ ਨੇ, ਉੱਥੇ ਨਸ਼ੇ ਹੈ ਨਹੀਂ। ਅੱਜ ਗੁਜਰਾਤ ਆ, ਉਹ ਡਰਾਈ ਚੱਲ ਰਿਹਾ। ਤੇ ਜੇ ਸਰਕਾਰ ਚਾਹੇ ਵੀ ਅਸੀਂ ਇੱਥੇ ਇੱਕ ਸਮਾਜ ਨੂੰ ਸਹੀ ਪਾਸੇ ਲਿਜਾਣਾ ਤਾਂ ਇਹ ਸਭ ਕੁਝ ਕੀਤਾ ਜਾ ਸਕਦਾ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਮਨਵੀਰ ਕੌਰ ਸਹੋਤਾ ਬੋਲਦੀ ਅਮਰੀਕਾ ਤੋਂ। ਮੈਂ ਵੈਂਡਨ ਵਰਸਟ ਸਕੂਲ ਜਾਂਦੀ 6ਵੀਂ ਕਲਾਸ ਵਿੱਚ। ਨਾਲੇ ਮੈਂ ਤੁਹਾਨੂੰ ਦੱਸਣਾ ਮੰਗਦੀ ਤੇ ਉੱਥੇ ਅਮਰੀਕਾ ਵਿੱਚ ਨਿਆਣਿਆਂ ਨੂੰ ਬੜਾ ਜਿੱਦਾਂ ਟਾਈਮ ਨਹੀਂ ਦਿੰਦੇ ਪੇਰੈਂਟਸ, ਸੋ ਉਹ ਨਿਆਣੇ ਡਰੱਗਸ ਕਰਨ ਲੱਗ ਪੈਂਦੇ। ਪਹਿਲਾਂ ਫ੍ਰੀ ਮਿਲਦੇ, ਫਿਰ ਮਗਰੋਂ ਤੁਹਾਨੂੰ ਪੈਸੇ ਦੇਣੇ ਪੈਂਦੇ ਵੱਡੇ ਹੋ ਕੇ, ਫਿਰ ਉਹਨਾਂ ਕੋਲ ਤੁਹਾਨੂੰ ਪੈਸੇ ਨਹੀਂ ਹੁੰਦੇ, ਆਪਣੇ ਮਾਂ ਬਾਪ ਤੋਂ ਚੋਰੀ ਕਰਕੇ ਫਿਰ ਪੈਸੇ ਦਿੰਦੇ ਹੁੰਦੇ। ਜਦੋਂ ਮੈਂ ਇੱਥੇ ਆਈ ਮੈਂ ਬਹੁਤ ਹੈਰਾਨ ਸੀ, ਕਿਉਂਕਿ ਇੱਥੇ ਨਿਆਣਿਆਂ ਨੂੰ ਬਹੁਤ ਟਾਈਮ ਵੀ ਦਿੰਦੇ, ਉੱਦਾਂ ਵੀ ਇੱਥੇ ਡਰੱਗਸ ਕਰਦੇ ਆ। ਬਸ ਤੁਸੀਂ ਆਪਣੇ ਨਿਆਣਿਆਂ ਨੂੰ ਛੋਟੇ ਹੁੰਦਿਆਂ ਨੂੰ ਪਰਮਾਤਮਾ ਵਾਲੇ ਪਾਸੇ ਤੇ ਲਾ ਦਿਓ, ਗੁਰੂ ਨੂੰ ਮੰਨਣਾ ਚਾਹੀਦਾ, ਬਾਰ-ਬਾਰ ਜ਼ਿੰਦਗੀ ਨਹੀਂ ਆਣੀ। ਜਿਹੜੇ ਨਸ਼ਾ ਖਾਂਦੇ ਆ ਹਰ ਵਕਤ ਦੀ ਲੜਾਈ ਰਹਿੰਦੀ ਉਹਦੇ ਘਰੇ, ਜਿਹੜੇ ਨਹੀਂ ਖਾਂਦੇ ਉਹਨਾਂ ਦੇ ਘਰੇ ਬੜੀ ਸ਼ਾਂਤੀ ਹੁੰਦੀ ਹੈ, ਘਰ ਅੱਗੇ ਜਾਂਦਾ ਬਿਨਾਂ ਨਸ਼ੇ ਵਾਲੇ ਤੋਂ। ਹੋਰ ਜਿਹੜਾ ਨਸ਼ਾ ਹੁੰਦਾ ਹੈ ਉਹ ਘਰ ਵਾਲੀਆਂ ਹਰ ਵਕਤ ਡਰਦੀਆਂ ਰਹਿੰਦੀਆਂ ਵੀ ਮੈਨੂੰ ਕੰਨੀ ਕੀ ਬੋਲਣਾ ਹੈ। ਮਾਵਾਂ ਨੂੰ ਤਾਂ ਆਏ ਆ ਬਈ ਮਾਵਾਂ ਅੱਗੇ ਹੁੰਦੀਆਂ ਵੀ ਕੋਈ ਲੜੇ ਨਾ, ਕੋਈ ਬੋਲੇ ਨਾ। ਜੇ ਮਾਵਾਂ ਨੂੰ ਪਾਸੇ ਕਰਨਗੇ, ਝਿੜਕਣਗੇ, ਮਾਵਾਂ ਪਾਸੇ ਹੋ ਜਾਣੀਆਂ। ਫਿਰ ਵੀ ਮਾਵਾਂ ਮੂਹਰੇ ਆਉਂਦੀਆਂ ਵੀ ਕਿਸੇ ਦਾ ਨੁਕਸਾਨ ਨਾ ਹੋਵੇ। ਇਹਨਾਂ ਜੇ ਆਪਾਂ ਨਸ਼ਾ ਖਾਂਦੇ ਆ, ਗੱਭਰੂ ਜਵਾਨ, ਖਰਚਾ ਜ਼ਿਆਦਾ ਹੁੰਦਾ, ਘਰ 'ਚ ਲੜਾਈ ਹੁੰਦੀ ਹੈ। ਲੜਾਈ ਝਗੜੇ ਦੇ ਵਿੱਚ ਮਨ ਔਖਾ ਹੁੰਦਾ, ਮਾਂ ਪਿਓ ਦਾ ਵੀ ਔਖਾ ਹੁੰਦਾ, ਉਹਦੇ ਘਰ ਵਾਲੀ ਦਾ ਵੀ ਔਖਾ ਹੁੰਦਾ, ਬੱਚਿਆਂ ਦਾ ਵੀ ਔਖਾ ਹੁੰਦਾ। ਨਸ਼ਾ ਜ਼ਰੂਰ ਬੰਦ ਕਰਨਾ ਚਾਹੀਦਾ। ਪਹਿਲਾਂ ਘਰਾਂ ਵਾਲਾ ਬਹੁਤ ਨਸ਼ਾ ਪੱਤਾ ਖਾਂਦਾ ਸੀ, ਨਾਲ ਵੇਖ ਕੇ ਉਹਦਾ ਪੁੱਤ ਵੀ ਲੱਗ ਗਿਆ। ਉਸ ਤੋਂ ਬਾਅਦ ਵੇਚਦੀ ਇੱਕ ਮਿਹਨਤ ਕਰਕੇ ਪੈਸਾ ਬਣਾਉਣੀ ਹੈ, ਹੱਥ ਨੂੰ ਲੈ ਜਾਣਾ। ਬਹੁਤ ਸਾਡੀ ਮਾਂ ਹਾਲਤ ਬੰਦੀ ਹੈ। 40 ਸਾਲ ਹੋ ਗਏ ਮੈਨੂੰ ਕੰਮ ਕਰਦੀ ਨੂੰ, ਮੇਰਾ ਇੰਨਾ ਹੀ ਰਾਹੀਂ ਪੈਸਾ ਗਿਆ। ਮੈਂ ਭੁੱਕੀ ਖਾਈ ਜਾਂਦੇ ਆ। ਸਾਡੇ ਘਰ ਦੇ ਭਾਈ ਬਹੁਤ ਬੁਰੀ ਹਾਲਤ ਹੋਈ ਪਈ। ਘਰੇ ਕੋਈ ਜਿਹੜੀ ਆਮਦਨ ਆ, ਕੋਈ ਪੈਸੇ ਧੇਲੇ ਦੀ, ਕੋਈ ਇੱਕ ਟਾਈਮ ਇਹ ਆਟਾ ਵੀ ਲੈ ਜਾਂਦੇ, ਇੱਕ ਵੀ ਟਾਈਮ ਆਨੀ ਰੱਬਾ ਸਾਨੂੰ ਚੱਕ। ਲੋਕ ਧਾਰਾ ਵਿੱਚ ਆਉਂਦਾ ਹੈ ਜਿਨ੍ਹਾਂ ਨੂੰ ਨਸ਼ਾ ਤੇਰੇ ਨਾਮ ਦਾ ਉਹ ਭੰਗ ਪੀਂਦੇ ਨਾ ਪੋਸਤ। ਜਿਹੜੇ ਵਿਅਕਤੀ ਕਿਸੇ ਜਜ਼ਬੇ ਨਾਲ ਜੁੜ ਜਾਂਦੇ ਨੇ
ਉਹਨਾਂ ਨੂੰ ਕਿਸੇ ਨਸ਼ੇ ਦੀ ਜ਼ਰੂਰਤ ਨਹੀਂ ਹੁੰਦੀ। ਉਹ ਨਸ਼ਾ ਭਗਤੀ ਦਾ ਹੋਵੇ ਜਾਂ ਫਿਰ ਉਹ ਨਸ਼ਾ ਕੰਮ ਦਾ ਹੋਵੇ। ਅੱਜ ਸਾਡੇ ਅਕਾਦਮਿਕ ਅਦਾਰਿਆਂ ਵਿੱਚ ਨਸ਼ੇ ਫੈਲ ਚੁੱਕੇ ਨੇ। ਪਿੰਡਾਂ ਦੇ ਅਮਲੀ ਹੁਣ ਯਾਤਰਾ ਕਰਕੇ ਯੂਨੀਵਰਸਿਟੀਆਂ ਕਾਲਜਾਂ ਵਿੱਚ ਪਹੁੰਚ ਚੁੱਕੇ ਨੇ। ਇਸ ਦਾ ਸਭ ਤੋਂ ਵੱਡਾ ਬੁਨਿਆਦੀ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਕੰਮ ਦੀ ਸ਼ਕਤੀ ਨਹੀਂ ਦੱਸੀ। ਵਿਦਿਆਰਥੀਆਂ ਨੂੰ ਕੰਮ ਆਧਾਰਿਤ ਸਿੱਖਿਆ ਨਹੀਂ ਦਿੱਤੀ ਜਾਏਗੀ ਤਾਂ ਉਹ ਨਸ਼ਿਆਂ ਦੇ ਮਗਰ ਤੁਰਨਗੇ। ਨਸ਼ੇ ਇਦਾਂ ਖਤਮ ਨਹੀਂ ਹੋਣਗੇ, ਨਸ਼ਿਆਂ ਦਾ ਬਦਲ ਪੈਦਾ ਕਰਨਾ ਪਏਗਾ। ਤੇ ਨਸ਼ੇ ਦਾ ਬਦਲ ਹੈ ਕਿ ਜ਼ਿੰਦਗੀ ਦੇ ਵਿੱਚ ਕੋਈ ਇਰਾਦਾ ਹੋਵੇ, ਦ੍ਰਿੜ ਇਰਾਦਾ ਹੋਵੇ ਤੇ ਕੰਮ ਦਾ ਨਸ਼ਾ ਹੋਵੇ। ਇਸ ਲਈ ਨਸ਼ਿਆਂ ਦੇ ਵਪਾਰੀਆਂ ਨੂੰ ਚੌਕਸ ਹੋਣ ਦੀ ਜ਼ਰੂਰਤ ਹੈ ਕਿ ਨਵਾਂ ਯੁੱਗ ਕੰਮ ਦੇ ਨਸ਼ੇ ਦਾ ਯੁੱਗ ਆ ਰਿਹਾ ਹੈ। ਆਓ ਆਪਾਂ ਇਸ ਯੁੱਗ ਲਈ ਤਿਆਰੀ ਕਰੀਏ ਤਾਂ ਕਿ ਨਸ਼ਿਆਂ ਨੂੰ ਦੂਰ ਭਜਾ ਕੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖੀਏ। ਅੱਜ ਕੱਲ੍ਹ ਜਿਹੜੀ ਇਹ ਨਸ਼ਿਆਂ ਦੀ ਗੱਲ ਆਈ ਹੈ ਨਾ, ਬੜੀ ਦਰਦਨਾਕ ਗੱਲ ਹੈ। ਅਸਲ ਵਿੱਚ ਨਸ਼ਿਆਂ ਦੇ ਨਾਲ ਇੱਕ ਤਾਂ ਆਦਮੀ ਦੀ ਸਿਹਤ ਜਾਂਦੀ ਹੈ, ਔਰ ਦੂਸਰੀ ਗੱਲ ਇਹ ਆ ਵੀ ਮਾਇਕ ਤੌਰ ਤੇ ਆਦਮੀ ਬੜਾ ਵੀਕ ਹੋ ਜਾਂਦਾ। ਫੈਮਿਲੀ ਵਿੱਚ ਬੜੀਆਂ ਭਾਰੀਆਂ ਮੁਸ਼ਕਲਾਂ ਆ ਜਾਂਦੀਆਂ, ਆਸ ਵਿੱਚ ਹੀ ਏਕਤਾ ਨਹੀਂ ਰਹਿੰਦੀ, ਫਸਾਦ ਸ਼ੁਰੂ ਹੋ ਜਾਂਦੇ ਆ। ਔਰ ਉਸ ਤੋਂ ਬਾਅਦ ਜਦੋਂ ਬੰਦਾ ਇਕਨੋਮਿਕਲੀ ਇੰਨਾ ਥੱਲੇ ਚਲੇ ਜਾਂਦਾ, ਫਿਰ ਉਹਨੂੰ ਘਰੋਂ ਤਾਂ ਕੁਝ ਮਿਲਦਾ ਨਹੀਂ, ਉਹ ਡਾਕੇ, ਕਤਲ, ਚੋਰੀਆਂ, ਇਹ ਸਾਰਾ ਕੁਝ ਕਰਦਾ। ਅਸਲ ਵਿੱਚ ਗੁਰਮਤਿ ਫਿਲਾਸਫੀ ਤਾਂ ਨਸ਼ਿਆਂ ਦੇ ਬਹੁਤ ਉਲਟਾ। ਇਹਦੇ ਵਿੱਚ ਮੈਂ ਸਭ ਤੋਂ ਵੱਡੀ ਜਿਹੜੀ ਕਮਜ਼ੋਰੀ ਦੇਖਦਾ ਉਹ ਮਾਪਿਆਂ ਦੀ ਦੇਖਦਾ, ਕਿਉਂਕਿ ਮਾਪੇ ਆਪ 10 ਵਜਣ ਤੋਂ ਬਾਅਦ ਸ਼ਰਾਬਾਂ ਸ਼ੁਰੂ ਕਰ ਲੈਂਦੇ ਆ, ਫਿਰ ਬੱਚਿਆਂ ਨੇ ਉਹਨਾਂ ਨੂੰ ਫੋਲੋ ਕਰਨਾ। ਔਰ ਦੂਸਰੀ ਗੱਲ ਇਹ ਆ ਕਿ ਇੱਥੇ ਦਾ ਜਿਹੜਾ ਨਸ਼ਿਆਂ ਦੀ ਗੱਲ ਆ ਸਾਰੀ ਦੁਨੀਆ ਵਿੱਚ ਹੀ, ਜਾਂ ਤਾਂ ਜਿਹੜੇ ਪੋਲੀਟੀਸ਼ੀਅਨ ਆ ਉਹ ਨਸ਼ੇ ਲਿਆ ਕੇ ਪੈਸੇ ਕਮਾ ਰਹੇ ਆ ਤੇ ਜਾਂ ਸਰਮਾਏਦਾਰ ਕਮਾ ਰਿਹਾ। ਨਸ਼ਾ ਕਰਨ ਵਾਲੇ ਦੀ ਕੀਮਤ ਇੱਕ ਦਮੜੀ ਦੀ ਵੀ ਨਹੀਂ ਰਹਿ ਜਾਂਦੀ ਸਮਾਜ ਵਿੱਚ। ਇਸ ਲਈ ਇਹਨਾਂ ਨੂੰ ਇਹਨਾਂ ਗੱਲਾਂ ਤੋਂ ਹਟਾਉਣਾ ਚਾਹੀਦਾ ਔਰ ਦਸਾਂ ਨੇਹਾਂ ਦੀ ਕਿਰਤ ਕਰਨੀ ਚਾਹੀਦੀ ਹੈ, ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ, ਅਕਾਲ ਦੀ ਬੰਦਗੀ ਕਰਨੀ ਚਾਹੀਦੀ ਹੈ, ਮਜ਼ਲੂਮ ਦੀ ਰਾਖੀ ਕਰਨੀ ਚਾਹੀਦੀ ਹੈ। ਇਹ ਅਸਲ ਮਨੁੱਖੀ ਫਰਜ਼ ਆ, ਹੋਰ ਇਹ ਤੋਂ ਵੱਧ ਪੰਜਾਬ ਜਿਸ ਦੇ ਵਿੱਚ ਕਿ ਨਸ਼ਿਆਂ ਦਾ ਛੇਵਾਂ ਦਰਿਆ ਵਗਦਾ ਹੈ, ਕਿਤੇ ਦਰਿਆ ਜਲਦੀ ਸੁੱਕ ਜਾਏ, ਇਹ ਦਰਿਆ ਸੁੱਕ ਜਾਏਗਾ ਤਾਂ ਹਰ ਘਰ ਵਿੱਚ ਖੁਸ਼ੀਆਂ ਖੇੜੇ ਆ ਜਾਣਗੇ। ਜੇ ਵਰਕ ਇਜ਼ ਵਰਸ਼ਿਪ ਨੂੰ ਸਮਝ ਲਓ ਤਾਂ ਫਿਰ ਨਸ਼ਿਆਂ ਦੀ ਲੋੜ ਨਹੀਂ ਪੈ ਜਾਂਦੀ। ਤੁਸੀਂ ਕੰਮ ਹੀ ਤੁਹਾਡਾ ਨਸ਼ਾ ਹੈ। ਜਾਪਾਨੀਆਂ ਨੂੰ ਕੰਮ ਦਾ ਨਸ਼ਾ ਹੈ। ਜਾਪਾਨੀਆਂ ਨੇ ਕੰਮ ਦੇ ਨਸ਼ੇ ਨਾਲ ਦੁਨੀਆ ਜਿੱਤ ਲਈ ਹੈ। ਆਓ ਪੰਜਾਬੀਓ, ਅਸੀਂ ਵੀ ਕੰਮ ਦਾ ਨਸ਼ਾ ਕਰੀਏ ਤੇ ਕੰਮ ਦਾ ਨਸ਼ਾ ਇਹਨਾਂ ਬੋਤਲਾਂ ਦੇ ਨਸ਼ੇ ਨਾਲੋਂ ਕਿਤੇ ਬਿਹਤਰ ਹੈ। ਕੰਮ ਦੇ ਨਸ਼ੇ ਨਾਲ ਘਰਾਂ ਵਿੱਚ ਖੁਸ਼ਹਾਲੀ ਹੋਏਗੀ, ਪੰਜਾਬ ਵੀ ਦੁਨੀਆ ਦਾ ਮੋਹਰੀ ਸਟੇਟ ਬਣੇਗਾ। ਸੋ ਮੈਂ ਸਾਰੇ ਪੰਜਾਬ ਵਾਸੀਆਂ ਅੱਗੇ ਇਹੀ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਸਾਰੇ ਜਣੇ ਇਸ ਸਾਂਝੇ ਉਦਮ ਵਿੱਚ, ਇਸ ਸਾਂਝੀ ਮੂਵਮੈਂਟ ਵਿੱਚ ਜਿਹੜੀ ਕਿ ਮੈਡਮ ਦਵਿੰਦਰ ਕੌਰ ਨੇ ਸ਼ੁਰੂ ਕੀਤੀ ਹੈ, ਇਸ ਦੇ ਵਿੱਚ ਸਾਰੇ ਸ਼ਾਮਲ ਹੋ ਜਾਈਏ ਤੇ ਸ਼ਾਮਲ ਹੋ ਕੇ ਇਸ ਨੂੰ ਜਲਦੀ ਤੋਂ ਜਲਦੀ ਇਸ ਕੋਡ ਨੂੰ ਖਤਮ ਕਰੀਏ। ਮੇਰਾ ਭਰਾ ਕਾਲਜ 'ਚ ਪੜ੍ਹਦਾ ਹੈ, ਪਤਾ ਨਹੀਂ ਕਿਹੋ ਜਿਹੇ ਮੁੰਡਿਆਂ ਨਾਲ ਰਲਿਆ, ਸਮੈਕ ਲੈਣ ਲੱਗ ਗਿਆ। ਹੁਣ ਸਾਰਾ ਦਿਨ ਮੰਜੇ ਤੇ ਟਿਕਿਆ ਰਹਿੰਦਾ। BSc ਕਰਦਾ ਸੀ, ਪੜ੍ਹਾਈ ਵਿੱਚੇ ਛੱਡ ਦਿੱਤੀ। ਮੇਰੇ ਮੰਮੀ ਪਾਪਾ ਇਸ ਕੋਲੋਂ ਬੜੀ ਦੁਖੀ ਹੈ। ਮੇਰੇ ਪਾਪਾ ਨੂੰ ਤਾਂ ਇੱਕ ਵਾਰੀ ਹਾਰਟ ਅਟੈਕ ਵੀ ਆ ਗਿਆ। ਦੱਸੋ ਮੈਂ ਕੀ ਕਰਾਂ। ਨਸ਼ੇ ਇੱਕ ਸਮਾਜ ਲਈ ਲਾਨਤ ਹਨ ਜੋ ਕਿ ਅੰਤ ਵਿੱਚ ਜਾਨਲੇਵਾ ਸਾਬਿਤ ਹੁੰਦੇ ਹਨ। ਇਹ ਘਟਨਾ ਮੇਰੇ ਨਾਲ ਵਾਪਰ ਚੁੱਕੀ ਹੈ ਔਰ ਮੈਂ ਇਹ ਖੁਦ ਭੁਗਤ ਰਹੀ ਹਾਂ ਇਸ ਆਪਣੀ ਜ਼ਿੰਦਗੀ ਦੇ ਵਿੱਚ। ਮੇਰੇ ਪਤੀ ਜੋ ਕੋਈ ਐਸਾ ਨਸ਼ਾ ਨਹੀਂ ਸੀ ਜੋ ਉਹਨਾਂ ਨੇ ਛੱਡਿਆ ਹੋਵੇ। ਮੈਂ ਇਸ ਤੋਂ ਬਾਅਦ ਉਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਤੇ ਕੋਈ ਅਸਰ ਨਾ ਹੋਇਆ। ਉਹਨਾਂ ਨੇ ਦਿਨ ਪਰ ਦਿਨ ਨਸ਼ੇ ਵੱਧਦੇ ਗਏ। ਅੰਤ ਵਿੱਚ ਕੀ ਹੋਇਆ ਕਿ ਉਹਨਾਂ ਨੇ ਆਪਣੀ ਜਾਨ ਖੁਦ ਗਵਾ ਬੈਠੇ। ਮੈਂ ਔਰ ਮੇਰਾ ਬੇਟਾ ਇਕੱਲੇ ਹੀ ਜ਼ਿੰਦਗੀ ਦੇ ਵਿੱਚ ਜੀ ਰਹੇ ਹਾਂ ਔਰ ਮੈਂ ਆਪਣੇ ਆਪ ਨੂੰ ਇੰਨਾ ਹੌਸਲਾ ਰੱਖਿਆ ਕਿ ਮੈਂ ਸਮਾਜ ਦੇ ਵਿੱਚ ਇਕੱਲੀ ਰਹਿ ਕੇ ਸਰਵਿਸ ਕਰਕੇ ਆਪਣੇ ਆਪ ਨੂੰ ਔਰ ਆਪਣੇ ਬੱਚੇ ਨੂੰ ਪਾਲ ਰਹੀ ਹਾਂ। ਮੈਂ ਆਪਣੇ ਭਰਾਵਾਂ ਨੂੰ ਖਾਸ ਕਰ ਸੰਦੇਸ਼ ਦਿੰਦੀ ਹਾਂ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਕਿਉਂਕਿ ਨਸ਼ੇ ਹੀ ਘਰ ਨੂੰ ਬਰਬਾਦ ਕਰਦੇ ਹਨ। ਨਸ਼ਿਆਂ ਤੋਂ ਬਹੁਤ ਦੁਖੀ ਜਿਹੜੇ ਪਿੰਡਾਂ ਦੇ ਵਿੱਚ ਵੇਚੀ ਜਾਂਦੇ। ਸਰਕਾਰ ਨੂੰ ਚਾਹੀਦਾ ਸਰਕਾਰ ਇਸ ਵੱਲ ਧਿਆਨ ਦੇਵੇ। ਸਰਕਾਰ ਕਿਉਂ ਨਹੀਂ ਧਿਆਨ ਦਿੰਦੀ ਇਸ ਵੱਲ? ਵੇਚੀ ਜਾਂਦੀ, ਸਰਕਾਰ ਨੂੰ ਸਾਰਾ ਪਤਾ ਕਿੱਥੇ ਬਣਦਾ ਕਿੱਥੋਂ ਆਉਂਦਾ। ਕਿਉਂ ਲੋਕਾਂ ਦੀਆਂ ਜ਼ਿੰਦਗੀਆਂ ਖਰਾਬ ਕਰਦੇ ਆ। ਜੇ ਅਸੀਂ ਫੜਾਉਣੇ ਆ ਤਾਂ ਉਹ ਛੱਡ ਦਿੰਦੇ ਆ, 1 ਮਹੀਨਾ ਰੱਖਦੇ ਮੁੜ ਕੇ ਛੱਡ ਦਿੰਦੇ, ਛੇਤੀ ਜ਼ਮਾਨਤਾਂ ਕਰਾ ਲੈਂਦੇ ਆ। ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਵੇਚਣ ਵਾਲਿਆਂ ਨੂੰ। ਆਪ ਵੇਚ ਕੇ ਕੋਠੀਆਂ ਬਣਾਈ ਜਾਂਦੇ ਆ ਤੇ ਦੁਨੀਆ ਨੂੰ ਇਹ ਖਰਾਬ ਕਰੀ ਜਾਂਦੇ, ਬੱਚਿਆਂ ਦੀ ਜ਼ਿੰਦਗੀ ਨਰਕਾਂ ਚ ਪਾਈ ਜਾਂਦੇ। ਬਹੁਤ ਮਾੜੀ ਗੱਲ ਹੈ। ਸਰਕਾਰ ਨੂੰ ਚਾਹੀਦਾ ਇਹਦੇ ਵਾਸਤੇ ਕੁਛ ਨਾ ਕੁਛ ਜ਼ਰੂਰ ਸੋਚਣ। ਮੈਂ ਗੁੰਗੀ ਨਹੀਂ ਨਾਟਕ ਜਿਹੜਾ TV ਤੇ ਚੱਲਦਾ ਹੈ, ਅਸੀਂ ਉਹਨਾਂ ਦੇ ਬਹੁਤ ਹੀ ਆਭਾਰੀ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਆ ਕੇ ਜਿਹੜੇ ਨਸ਼ੇ ਕਰਦੇ ਆ ਲੋਕੀ ਉਹਨਾਂ ਨੂੰ ਲਿਆ ਤੇ ਅਸੀਂ ਜਿਹੜਾ
ਸਾਡੇ ਪਿੰਡ ਦੇ ਵਿੱਚ 60-70 ਬੰਦਿਆਂ ਨੇ ਨਸ਼ੇ ਛੱਡੇ ਆ ਤੇ ਅਸੀਂ ਹਰੇਕ ਨੂੰ ਪ੍ਰੇਰਣਾ ਦਿੰਦੇ ਆ ਵੀ ਤੁਸੀਂ ਇਹ ਨਸ਼ਾ ਛੱਡੋ, ਕੋੜ ਵੱਢੋ। ਅਸੀਂ ਸੰਸਥਾਵਾਂ ਬਣਾ ਕੇ ਇਹਨਾਂ ਦੇ ਨਾਲ ਜੁੜਾਂਗੇ। ਅਗਾਂਹ ਤੋਂ ਸਾਡੀ ਜਿੰਨੀ ਵੀ ਕੋਈ ਸੇਵਾ ਹੋਈ ਅਸੀਂ ਇਹਨਾਂ ਨੂੰ ਦੇਣ ਨੂੰ ਤਿਆਰ ਹੈ ਤੇ ਤਤ ਪਰ ਤਤ ਹਰ ਵਕਤ ਅਸੀਂ ਇਹਨਾਂ ਦੇ ਨਾਲ। ਮੇਰੇ ਫਾਦਰ ਸਾਹਿਬ ਪਹਿਲਾਂ ਸ਼ਰਾਬ ਪੀਂਦੇ ਸੀ, ਉਸ ਤੋਂ ਬਾਅਦ ਉਹਨੇ ਸ਼ਰਾਬ ਛੱਡੀ ਤੇ ਗੋਸ਼ਤ ਖਾਣ ਲੱਗ ਪਏ। ਅਸੀਂ ਬਹੁਤ ਜ਼ਿਆਦਾ ਉਹਨਾਂ ਨੂੰ ਦੇਖ ਕੇ ਦੁਖੀ ਹੁੰਦੇ ਸੀ, ਜਦੋਂ ਨਸ਼ਾ ਨਹੀਂ ਮਿਲਦਾ ਸੀਗਾ ਜੀ, ਬਹੁਤ ਜ਼ਿਆਦਾ ਔਖੇ ਹੁੰਦੇ ਸੀਗੇ। ਹੁਣ ਉਹਨਾਂ ਨੇ ਨਸ਼ਾ ਛੱਡਤਾ ਜੀ, ਸਾਨੂੰ ਬਹੁਤ ਜ਼ਿਆਦਾ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਨੇ ਨਸ਼ਾ ਛੱਡਤਾ ਤੇ ਸਾਡਾ ਘਰ ਪਹਿਲਾਂ ਜਿਹੜਾ ਤਰੱਕੀ ਪੱਖੋਂ ਰੁਕਿਆ ਹੋਇਆ ਸੀਗਾ, ਤਰੱਕੀ ਨਹੀਂ ਕਰ ਰਿਹਾ ਸੀਗਾ ਕਿਉਂਕਿ ਪੈਸੇ ਦੀ ਬਹੁਤ ਜ਼ਿਆਦਾ ਬਰਬਾਦੀ ਸੀਗੀ ਜੀ ਤੇ ਟੈਨਸ਼ਨ ਬਹੁਤ ਜ਼ਿਆਦਾ ਰਹਿੰਦੀ ਸੀ ਸਾਰੇ ਪਰਿਵਾਰ ਦੇ ਵਿੱਚ ਹੀ। ਹੁਣ ਖੁਸ਼ੀ ਹੈ ਸਾਨੂੰ ਵੀ ਅਸੀਂ ਤਰੱਕੀ ਕਰਾਂਗੇ, ਆਰਥਿਕ ਪੱਖੋਂ ਡਿਵੈਲਪ ਹੋਊਗਾ ਪਰਿਵਾਰ। ਤੇ ਬਾਕੀ ਅਸੀਂ ਸਾਰੇ ਪੰਜਾਬ ਦੇ ਜੋ ਨੌਜਵਾਨ ਵੀਰ ਹੈ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਜੀ ਕਿ ਉਹ ਅੱਗੇ ਆਉਣ, ਆਪਣੇ ਪਿੰਡਾਂ ਦੇ ਵਿੱਚ ਸੰਸਥਾਵਾਂ ਬਣਾਉਣ, ਨਸ਼ਿਆਂ ਦਾ ਵਿਰੋਧ ਕਰਨ। ਤੇ ਅਸੀਂ ਵੀ ਆਪਣੇ ਪਿੰਡ ਦੇ ਵਿੱਚ ਇੱਕ ਸੰਸਥਾ ਬਣਾਈ ਹੈ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਹੋਰ ਵੀ ਆਸ-ਪਾਸ ਜਿਹੜੇ ਨਸ਼ਾ ਖਾਂਦੇ ਨੇ ਵੀਰ, ਉਹਨਾਂ ਨੂੰ ਨਸ਼ਾ ਛਡਵਾਈਏ। 4 ਕਿਲੋ ਮਹੀਨੇ ਦਾ ਮੈਂ ਖਾਂਦਾ ਸੀ, ਘਰੇ ਇੰਨੀ ਲੜਾਈ ਰਹਿੰਦੀ ਸੀ। ਗੱਲ ਛੱਡ ਦੋ, ਪਹਿਲੀ ਗੱਲ ਨਸ਼ੇ ਵਾਲੇ ਦੀ 10 ਸਾਲ ਉਮਰ ਹੀ ਘਟ ਜਾਂਦੀ ਹੈ ਤੇ ਹੁਣ ਜਿੱਦੇ ਦਾ ਨਸ਼ਾ ਛੱਡਿਆ ਉਦੋਂ ਦੇ ਵਧ ਗਏ ਆ, ਘਰ ਦੇ ਵੀ ਖੁਸ਼ ਆ, ਆਪਦੀ ਵੀ ਸਿਹਤ ਵਧ ਗਈ ਆ, ਸਾਰਾ ਕੁਝ ਵਧ ਗਿਆ। ਮੈਂ ਤਾਂ ਇਹ ਆ ਵੀ ਨੇੜੇ ਨਹੀਂ ਜਾਣਾ ਚਾਹੀਦਾ ਇਹ ਚੀਜ਼ ਦੀ। ਨਸ਼ਾ ਸਿਹਤ ਲਈ ਹਾਨੀਕਾਰਕ ਹੈ। ਅਸੀਂ ਨਸ਼ਾ ਛਡਾਉਣ ਵਾਸਤੇ ਸੰਸਥਾ ਬਣਾਈ ਹੈ, ਜਿਸ ਲਈ ਅਸੀਂ ਬਾਹਰੋਂ ਬੰਦੇ ਇਕੱਠੇ ਕਰਕੇ ਪਿੰਡ ਦੇ ਤੇ ਲੈ ਕੇ ਜਾਂਦੇ ਆ ਬਾਹਰ ਨਸ਼ਾ ਛਡਾਉਣ ਵਾਸਤੇ। ਤੇ ਜਿਨ੍ਹਾਂ ਨੂੰ ਨਸ਼ਾ ਛਡਾਉਣ ਵਾਸਤੇ ਮੇਰੇ ਫਾਦਰ ਜੀ, ਸਾਡਾ ਸਾਰਾ ਪਰਿਵਾਰ ਲੱਗਿਆ ਹੋਇਆ ਹੈ। ਅਸੀਂ ਤਕਰੀਬਨ 50 ਕੁ ਆਦਮੀਆਂ ਨੂੰ ਨਸ਼ਾ ਛਡਾਇਆ ਹੈ। ਜਿੰਨੇ ਨੇ ਛੱਡਿਆ ਸਭ ਠੀਕ ਹੈ, ਹੁਣ ਨਸ਼ਾ ਨਹੀਂ ਕਰ ਰਹੇ ਉਹ। ਤੇ ਮੇਰਾ ਸਮਾਜ ਨੂੰ ਇਹੀ ਕਹਿ ਸਕਦਾ ਵੀ ਨੌਜਵਾਨ ਪੀੜ੍ਹੀ ਹੈ ਜੋ ਨਸ਼ਾ ਨੂੰ ਛੱਡੇ ਤੇ ਸਾਡਾ ਸੰਸਾਰ ਹੈ ਜਿਹੜਾ ਪੰਜਾਬ ਹੈ ਖੁਸ਼ਹਾਲ ਬਣੇ। ਮੈਨੂੰ ਜੀ ਨਸ਼ਾ ਮੈਂ ਬਚਪਨ ਤੋਂ ਲੱਗ ਗਿਆ, ਛੋਟੀ ਉਮਰ ਤੋਂ। ਬਚਪਨ ਦੇ ਵਿੱਚ ਨਸ਼ਾ ਲੱਗਣ ਕਰਕੇ ਸਰੀਰਕ ਤੌਰ ਤੇ ਕਮਜ਼ੋਰੀ ਹੋ ਗਈ। ਹੁਣ ਮੈਨੂੰ 3 ਮਹੀਨੇ ਹੋ ਗਏ ਨਸ਼ਾ ਛੱਡੇ ਨੂੰ ਤੇ ਹੁਣ ਮੈਨੂੰ ਕੋਈ ਤਕਲੀਫ ਨਹੀਂ। ਮੈਂ ਦੂਸਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਨਸ਼ਾ ਖਾਂਦੇ ਆ ਉਹ ਵੱਧ ਤੋਂ ਵੱਧ ਮਿਹਨਤ ਕਰਕੇ ਨਸ਼ਾ ਛੱਡਣ ਦੀ ਕਿਰਪਾ ਕਰੋ। ਇਸ ਨਾਟਕ ਦੀ ਟੀਮ ਦੇ ਤਹਿ ਦਿਲੋਂ ਧੰਨਵਾਦੀ ਹਾਂ ਕਿ ਇਹਨਾਂ ਨੇ ਏਡਾ ਵੱਡਾ ਉਪਰਾਲਾ ਕੀਤਾ ਹੈ ਜੋ ਸਾਡੀਆਂ ਸਮਾਜਿਕ ਰੀਤੀਆਂ ਉਹਨਾਂ ਪ੍ਰਤੀ ਜਾਗਰੂਕਤਾ ਲਿਆਉਣ ਲਈ। ਅਸੀਂ ਵੀ ਚਾਹੁੰਦੇ ਹਾਂ ਕਿ ਪਿੰਡਾਂ ਵਿੱਚ ਸਭਾ ਸੁਸਾਇਟੀਆਂ ਬਣਾਈਆਂ ਜਾਣ। ਨੌਜਵਾਨ ਇਹਨਾਂ ਸਮਾਜਿਕ ਕੁਰੀਤੀਆਂ ਤੋਂ ਦੂਰ ਹਟਣ ਲਈ ਸਾਡੇ ਨਾਲ ਸੰਪਰਕ ਕਰਨ। ਅਸੀਂ ਉਹਨਾਂ ਨੂੰ ਨਸ਼ੇ ਛਡਾਉਣ ਵਾਲੇ ਕੇਂਦਰਾਂ ਤੱਕ ਲੈ ਕੇ ਜਾਵਾਂਗੇ। ਜੋ ਨਸ਼ੇ ਛੱਡਣਗੇ ਨੌਜਵਾਨ, ਉਹਨਾਂ ਨੂੰ ਅਸੀਂ ਸਨਮਾਨਿਤ ਕਰਾਂਗੇ। ਆਪਣੀਆਂ ਜੋ ਸਭਾ ਸੁਸਾਇਟੀਆਂ ਬਣਾਈਆਂ ਉਹਨਾਂ ਵੱਲੋਂ ਸਨਮਾਨ ਚਿੰਨ੍ਹ ਦੇਵਾਂਗੇ। ਨਾ ਮੈਂ ਸੂਰਜ ਨਾ ਮੈਂ ਤਾਰਾ, ਮੈਂ ਤਾਂ ਦਗਦਾ ਹਾਂ ਗਿਆਰ। ਰੂਪ ਸਵਾਦਾ ਬਾਨੋ ਪਹਿਲਾਂ, ਦੀਵੇ ਬਾਲਾ ਲੱਖ ਹਜ਼ਾਰ, ਦੀਵੇ ਬਾਲਾ ਲੱਖ ਹਜ਼ਾਰ। ਆਓ ਸਾਰੇ ਰਲ ਕੇ ਜਗ ਦੇ ਦੀਵਿਆਂ ਸੰਗ ਹੋਰ ਦੀਵੇ ਬਾਲਣ ਦੀ ਕੋਸ਼ਿਸ਼ ਕਰੀਏ। ਤੁਸੀਂ ਇਹ ਕੋਸ਼ਿਸ਼ ਕੀਤੀ ਤੇ ਸਾਡੀ ਆਵਾਜ਼ ਸੰਗ ਆਪਣੀ ਆਵਾਜ਼ ਮਿਲਾਈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮਾਸੀ ਨੇ ਬਹੁਤ ਕੁਝ ਕੀਤਾ ਸਾਡੇ ਸਾਰਿਆਂ ਲਈ, ਪਰ ਆਪਣੇ ਅੰਦਰ ਦੀ ਪੀੜ ਕਦੇ ਕਿਸੇ ਨੂੰ ਨਹੀਂ ਦੱਸੀ। ਆਸਰ ਦਾ ਵਹਿਸ਼ੀ ਸੀ ਮੇਰਾ, 2 ਧੀਆਂ ਮਾਰਦੀਆਂ, ਕਿਰਨ ਦੀਦੀ ਨੂੰ ਵੀ ਮਾਰਨ ਲੱਗਾ ਸੀ। ਜੇ ਮੇਰੀ ਮਾਸੀ ਜ਼ੁਲਮ ਨਾਲ ਟੱਕਰ ਨਾ ਲੈਂਦੀ ਤਾਂ ਦੀਦੀ ਇੱਥੇ ਤੱਕ ਕਿੱਦਾਂ ਪਹੁੰਚਦੀ। ਮੈਨੂੰ ਵੀ ਆਪਣੀ ਮਾਸੀ ਲਈ ਕੁਝ ਕਰਨਾ ਚਾਹੀਦਾ। ਮੈਂ ਉਹਨਾਂ ਨੂੰ ਕਦੇ ਉਦਾਸ ਨਹੀਂ ਹੋਣ ਦੇਵਾਂਗਾ। ਮੈਂ ਕੜਮਿਆ, ਧੀਆਂ ਤਾਂ ਘਰ ਦੀ ਲక్ష్ਮੀ ਹੁੰਦੀਆਂ। ਮੈਨੂੰ ਨਹੀਂ ਚਾਹੀਦੀ ਹੈ ਲక్ష్ਮੀ। ਮੈਂ ਨਹੀਂ ਕਰਨ ਦੇਣਾ ਇਹ ਜ਼ੁਲਮ। ਦੇ ਦੇ ਮੇਰੀ ਹੱਥ ਪਿੱਛੇ।
ਅਜੇ ਤਾਂ ਪਹਿਲੀਆਂ ਦੋ ਦਾ ਵੀ ਸਰਾਪ ਨਹੀਂ ਲੱਥਾ ਤੇ ਹੁਣ ਤੂੰ ਤੀਜੀ ਨੂੰ ਵੀ। ਤੂੰ ਹਰਦੀਆਂ ਪਿੱਛੇ ਨਹੀਂ ਕਈ ਖੋਲੀ ਉਹਨੇ ਮੇਰੇ ਕੋਲੋਂ। ਜੇ ਮੈਂ ਕੁੜੀ ਉਹਦੇ ਅੱਗੇ ਰੱਖ ਕੇ ਨਾ ਭੱਜਦਾ ਤਾਂ ਮੇਰਾ ਸਿਰ ਵੱਢ ਸੁੱਟਦੀ ਉਹ। ਤਾਂ ਤੂੰ ਡਰ ਗਿਆ ਤੂੰ। ਫਾਹਾ ਵੱਢ ਦੇਣਾ ਸੀ ਉਹਦਾ ਵੀ ਨਾਲ ਹੀ। ਮੈਂ ਤੈਨੂੰ ਦੱਸਾਂ ਇਹਨੇ ਕੁੜੀਆਂ ਹੀ ਜੰਮਣੀਆਂ, ਪਤਾ ਮੈਨੂੰ, ਕੁੜੀਆਂ ਹੀ ਜੰਮਣੀਆਂ ਇਹਨੇ। ਇਹਦਾ ਵੀ ਫਾਹਾ ਨਾਲ ਹੀ ਵੱਢ ਦਿੰਦਾ ਨਾ ਤਾਂ ਆਪੇ ਮੈਂ ਤੇਰਾ ਦੂਜਾ ਵਿਆਹ ਕਰਾ ਦਿੰਦੀ ਕਿਤੇ। ਪਿਆਰਿਓ ਬੱਚਿਓ, ਲੋਕ ਮੈਨੂੰ ਮਾਂ ਦਲੇਰ ਕੌਰ ਕਰਕੇ ਜਾਣਦੇ ਨੇ, ਕਿਉਂਕਿ ਮੈਂ ਸਿਰਫ ਡੀਐਸਪੀ ਆਸ ਕਿਰਨ ਦੀ ਮਾਂ ਨਹੀਂ, ਸਗੋਂ ਹਰ ਉਸ ਧੀ ਦੀ ਮਾਂ ਹਾਂ ਜਿਹੜੀ ਕਦੇ ਵੀ ਸਮਾਜ ਦੇ ਕਿਸੇ ਘਿਨੌਣੇ ਅਪਰਾਧ ਦਾ ਸ਼ਿਕਾਰ ਰਹੀ ਹੈ। ਅੱਜ ਲੋਕਾਂ ਦੀ ਸ਼ਕਤੀ ਇਹਦੇ ਨਾਲ ਹੈ, ਮੇਰੇ ਪੁੱਤ ਨਾਲ, ਤੇ ਵਰਦੀ ਦੀ ਸ਼ਕਤੀ ਤੇਰੇ ਨਾਲ ਹੈ, ਮੇਰੀ ਧੀ ਨਾਲ। ਤੁਸੀਂ ਦੋਹਾਂ ਨੇ ਰਲ ਕੇ ਇਹ ਸਮਾਜ ਨੂੰ ਬਦਲਣਾ ਮੇਰੇ ਬੱਚਿਓ। ਮਾਸੀ ਕਿੱਥੇ ਹੋ ਤੁਸੀਂ? ਸੁਪਨ, ਮੈਂ ਇੱਧਰ ਆ ਬੇਟੇ। ਮਾਸੀ ਕੀ ਗੱਲ ਉਦਾਸ ਲੱਗਦੇ ਆ? ਨਹੀਂ ਤਾਂ ਠੀਕ ਹੈ ਬੇਟੇ। ਕੁਛ ਗੱਲ ਤਾਂ ਹੈ ਜ਼ਰੂਰ। ਨਹੀਂ ਕੋਈ ਗੱਲ ਨਹੀਂ, ਉਦਾਂ ਹੀ ਬਸ। ਤੁਸੀਂ ਸੋਚਦੇ ਸੀ ਨਾ ਕੁਛ? ਕੀ ਸੋਚਦੇ ਸੀ? ਸੱਚੀ ਕੋਈ ਗੱਲ ਨਹੀਂ ਹੈ ਸੁਪਨ ਪੁੱਤੂ। ਮਾਸੀ ਤੁਹਾਡਾ ਪੁੱਤ ਨਾ ਹੁਣ ਇੰਨੇ ਜੋਗਾ ਹੋ ਗਿਆ ਵੀ ਆਪਣੀ ਇਸ ਮਾਂ ਦੇ ਦਿਲ ਦੀ ਗੱਲ ਪੁੱਛ ਸਕੇ। ਬਾਕੀ ਜੇ ਤੁਸੀਂ ਨਹੀਂ ਦੱਸਣੀ ਉਹ ਵੱਖਰੀ ਗੱਲ ਆ। ਨਹੀਂ ਬੇਟੇ, ਸੱਚੀ ਕੋਈ ਗੱਲ ਨਹੀਂ ਹੈ। ਕੋਈ ਗੱਲ ਹੈ ਜ਼ਰੂਰ, ਦੱਸੋ ਕੀ ਸੋਚਦੇ ਸੀ? ਕਿਰਨ ਭੈਣ ਦੀ ਯਾਦ ਆਉਂਦੀ ਸੀ ਨਾ? ਕਿਰਨ ਭੈਣ ਦੀ ਯਾਦ ਆਉਂਦੀ ਸੀ ਨਾ? ਮਾਸੀ ਕਿਰਨ ਭੈਣ ਦੀ ਤਾਂ ਹੁਣ ਬਦਲੀ ਉੱਥੇ ਦੀ ਹੋ ਵੀ ਗਈ ਆ, ਉਹਨੇ ਤਾਂ ਇੱਥੇ ਹੁਣ ਆ ਵੀ ਜਾਣਾ। ਤੁਸੀਂ ਇਹੀ ਚਾਹੁੰਦੇ ਸੀ ਨਾ ਕਿ ਸੱਚ ਦੀ ਜਿੱਤ ਹੋਵੇ ਤੇ ਉਹ ਰੱਬ ਨੇ ਕਰਤੀ ਆ। ਹੁਣ ਇੱਥੇ ਬੈਠੋ, ਹੋਰ ਦੱਸੋ ਕੀ ਸੋਚਦੇ ਸੀ ਹੁਣ ਤੁਸੀਂ? ਸੁਪਨ, ਮੈਂ ਸੋਚਦੀ ਸੀ ਨਾ ਬੇਟੇ ਕਿ ਮਾਂ ਵੀ ਕਿਹੋ ਜਿਹਾ ਰਿਸ਼ਤਾ ਬਣਾਇਆ ਨਾ ਰੱਬ ਨੇ। ਮਾਂ ਹਰ ਕੁਝ ਬਰਦਾਸ਼ਤ ਕਰ ਸਕਦੀ ਹੈ, ਪਰ ਜੇ ਉਹਦੇ ਢਿੱਡੋਂ ਜਾਇਆ ਨੂੰ ਕੋਈ ਦੁੱਖ ਦੇਵੇ ਨਾ ਤਾਂ ਕਦੇ ਬਰਦਾਸ਼ਤ ਨਹੀਂ ਕਰਦੀ। ਤੇ ਇਸੇ ਲਈ ਹਮੇਸ਼ਾ ਉਹਨਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਹੈ, ਜਿੱਦਾਂ ਮੇਰੀ ਇਹ ਮਾਂ ਆਪਣੇ ਇਹਨਾਂ ਬੱਚਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਹੈ, ਹਨਾ? ਤੇ ਪਰ ਬੱਚੇ ਇੱਥੋਂ ਤੱਕ ਸੋਚ ਵੀ ਨਹੀਂ ਸਕਦੇ, ਹਨਾ? ਕਮਲਾਜਾ, ਮਾਸੀ ਤੁਸੀਂ ਡੈਡੀ ਨੂੰ ਵਾਪਸ ਲਿਆਉਣ ਲਈ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ? ਸਭ ਇਸੇ ਲਈ ਕੀਤਾ ਨਾ ਕਿ ਤੁਹਾਡਾ ਇਹ ਪੁੱਤ ਖੁਸ਼ ਰਵੇ, ਮੰਮੀ ਖੁਸ਼ ਰਹਿਣ। ਤੁਸੀਂ ਮੈਨੂੰ ਦੱਸਿਆ ਤੱਕ ਵੀ ਨਹੀਂ। ਤੈਨੂੰ ਸਾਰਿਆਂ ਨੂੰ ਖੁਸ਼ ਵੇਖਾਂ, ਇਹ ਸੁਪਨਾ ਸੀ ਪੁੱਤ ਮੇਰਾ, ਰੱਬ ਨੇ ਪੂਰਾ ਕਰਤਾ। ਕਈ ਵਾਰ ਮੈਂ ਸੋਚਦਾ ਮਾਸੀ ਕਿ ਮਾਸੀ ਨੂੰ ਸਾਰੇ ਮਾਂ ਕਾਹਤੋਂ ਆਉਂਦੇ ਆ। ਅੱਜ ਪਤਾ ਲੱਗਿਆ ਕਿ ਔਰਤ ਦਾ ਦਰਦ ਮਹਿਸੂਸ ਕਰਦੇ ਆ ਤੁਹਾਡੇ ਅੰਦਰ ਹਮੇਸ਼ਾ ਮਾਂ ਵਾਲਾ ਦਿਲ ਹੁੰਦਾ। ਹੁਣ ਦੀਦੀ ਨੇ ਆ ਜਾਣਾ ਨਾ ਇਸ ਸਟੇਸ਼ਨ ਤੇ ਫਿਰ ਮੈਂ ਤੇ ਮੇਰੀ ਭੈਣ ਨੇ ਰਲ ਕੇ ਬਹੁਤ ਕੁਝ ਕਰਨਾ, ਆਪਣੀ ਇਸ ਮਾਂ ਦੇ ਸੁਪਨੇ ਪੂਰੇ ਕਰਨੇ। ਠੀਕ ਆ? ਸੁਪਨੇ ਤਾਂ ਤੁਸੀਂ ਪੁੱਤ ਸਾਰੇ ਰਲ ਕੇ ਪੂਰੇ ਕਰ ਹੀ ਰਹੇ ਹੋ ਮੇਰੇ। ਵੇਖ, ਜੇ ਤੁਸੀਂ ਸਾਰੇ ਨੌਜਵਾਨ ਇੱਧਰ ਰਲਦੇ ਨਾ, ਹੱਕ ਸੱਚ ਲਈ ਡਟ ਕੇ ਖੜਦੇ ਨਾ, ਤਾਂ ਇਨਸਾਫ ਥੋੜਾ ਮਿਲਣਾ ਸੀ। ਤੇ ਨਾ ਕੀਮਤੀ ਲਾਲ ਵਰਗਿਆਂ ਨੇ, ਉਹਨਾਂ ਨੇ ਤਾਂ ਬਸ ਤੁਹਾਡੇ ਸੁਪਨਿਆਂ ਤੇ ਪਾਣੀ ਫੇਰਦੇ ਰਹਿਣਾ ਸੀ। ਤੇ ਜੇ ਸਾਡੀ ਮਾਸੀ ਸਾਡੇ ਨਾਲ ਨਾ ਹੁੰਦੀ ਫਿਰ ਅਸੀਂ ਦੋਨਾਂ ਨੇ ਇਹੋ ਜਿਹੇ ਹੋਣਾ ਹੀ ਨਹੀਂ ਸੀ। ਮੈਂ ਤਾਂ ਕਿਤੇ ਨਸ਼ੇ ਨੁਸ਼ੇ ਖਾ ਕੇ ਕੀਮਤੀ ਲਾਲ ਵਰਗੇ ਦੀ ਭੇਟ ਚੜਿਆ ਹੋਣਾ ਸੀ। ਮੈਨੂੰ ਲੱਗਦਾ ਦੀਦੀ ਮੇਰੀ ਧੀ ਆਈ ਹੁਣ। ਬੈਠੋ, ਮੈਂ ਬੁਲਾਉਂਦਾ ਮਾਸੀ। ਮਾਸੀ ਆਈ ਬੇਟੀ। ਬਸ ਇਹ ਪਿੰਡ ਤੋਂ ਆਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੈਠੋ ਜੀ, ਬੈਠੋ। ਹੋਰ ਕੀ ਹਾਲ ਹੈ ਜੀ? ਠੀਕ ਹੈ ਜੀ। ਮੈਂ ਸੋਚਿਆ ਸ਼ਾਇਦ ਪਛਾਣੋ ਨਾ ਤੁਸੀਂ। ਨਹੀਂ ਪਛਾਣ ਲਿਆ ਵੀਰ ਜੀ, ਉਦੋਂ ਆਏ ਸੀ ਨਾ ਤੁਸੀਂ।
ਜੀ ਉਦੋਂ ਆਪਾਂ ਫੰਕਸ਼ਨ ਦਾ ਕਹਿਣ ਆਏ ਸੀ ਜੀ, ਹਾਂ ਹਾਂ ਉਦੋਂ ਸਨਮਾਨਿਤ ਕਰਨ ਲਈ ਕਹਿਣ ਆਏ ਸਾਂ ਹਾਂਜੀ ਹਾਂਜੀ ਪਿੰਡ ਵੱਲੋਂ, ਤੇ ਅੱਜ ਅਸੀਂ ਇੱਕ ਬੁਰੀ ਖਬਰ ਲੈ ਕੇ ਆਏ ਹਾਂ ਜੀ। ਕੀ ਹੋਇਆ ਵੀਰ ਜੀ? ਸੁੱਖ ਤਾਂ ਹੈ ਪਿੰਡ 'ਚ। ਹਾਕਮ ਸਿਉਂ ਪੂਰਾ ਹੋ ਗਿਆ ਜੀ। ਨਹੀਂ ਰੱਖਣਾ ਇਹ ਪੱਥਰ ਆਪਣੇ ਘਰੇ। ਕੜਮਿਆ ਧੀਆਂ ਤਾਂ ਘਰ ਦੀ ਲక్ష్ਮੀ ਹੁੰਦੀਆਂ। ਮੈਨੂੰ ਨਹੀਂ ਚਾਹੀਦੀ ਹੈ ਲక్ష్ਮੀ। ਮੈਂ ਨਹੀਂ ਕਰਨ ਦੇਣਾ ਇਹ ਜ਼ੁਲਮ। ਦੇ ਦੇ ਮੇਰੀ ਹੱਟ ਪਿੱਛੇ। ਅੱਜ ਤਾਂ ਪਹਿਲੀਆਂ ਦੋ ਦਾ ਵੀ ਸਰਾਪ ਨਹੀਂ ਲੱਥਾ ਤੇ ਹੁਣ ਤੂੰ ਤੀਜੀ ਨੂੰ ਵੀ। ਤੂੰ ਹਟਦੀ ਹੈ ਪਿੱਛੇ ਕਿ ਨਹੀਂ? ਛੱਡ ਦੇ ਮੇਰੇ ਧੀ ਨੂੰ। ਕੀ ਕਰੇਂਗੀ? ਕੀ ਕਰੇਂਗੀ ਤੂੰ? ਕੀ ਕਰੇਂਗੀ ਤੂੰ? ਕੀ ਹੋਇਆ ਬੇਟੇ? ਕਿਰਨ ਦਾ ਪਿਓ ਚੱਲ ਵਸਿਆ ਹਾਕਮ ਸਿੰਘ। ਦੀਦੀ ਦਾ ਪਿਓ ਚੱਲ ਵਸਿਆ? ਪਿਓ ਅਖਵਾਉਣ ਦੇ ਕਾਬਿਲ ਨਹੀਂ ਸੀ ਬੇਟੇ ਉਹ, ਇਸੇ ਲਈ ਮੈਂ ਕਦੇ ਜ਼ਿਕਰ ਨਹੀਂ ਸੀ ਕੀਤਾ ਉਹਦਾ। ਮੈਨੂੰ ਪਤਾ ਮਾਸੀ, ਪਿਓ ਨਹੀਂ ਕਾਤਲ ਸੀ ਉਹ। ਤੁਹਾਨੂੰ ਮੰਮੀ ਨਾਲ ਗੱਲਾਂ ਕਰਦੇ ਸੁਣਿਆ ਸੀ ਮੈਂ। ਸਜ਼ਾ ਵੀ ਤਾਂ ਫਿਰ ਸਾਰੀ ਉਮਰ ਇਸੇ ਗੱਲ ਦੀ ਭੁਗਤੀ ਹੈ ਨਾ ਉਹਨੇ। ਮਰਨ ਵੇਲੇ ਇੰਨਾ ਔਖਾ ਹੋਇਆ ਕਿ ਪੁੱਛੋ ਕੁਝ ਨਾ। ਪਿੰਡ ਦਾ ਕੋਈ ਵੀ ਬੰਦਾ ਬੁਲਾਉਂਦਾ ਨਹੀਂ ਸੀ ਉਹਨੂੰ। ਸਾਰਿਆਂ ਨੇ ਉਹਦਾ ਭਾਂਡਾ ਤਿਆਗਿਆ ਸੀ ਤੇ ਮਰਨ ਵੇਲੇ ਉਹਦੇ ਕੋਲ ਕੋਈ ਨਹੀਂ ਸੀ। ਕਦੋਂ ਹੋਈ ਮੌਤ? ਇਹ ਤਾਂ ਕਿਸੇ ਨੂੰ ਨਹੀਂ ਪਤਾ। ਵੈਸੇ 2-3 ਦਿਨ ਹੋ ਗਏ ਲੱਗਦੇ। 2-3 ਦਿਨ ਹੋ ਗਏ? ਇਹ ਤਾਂ ਪਤਾ ਨਹੀਂ ਲੱਗਿਆ ਜੀ ਕਿਸੇ ਨੂੰ। ਇਹ ਤਾਂ ਜਦੋਂ ਲਾਸ਼ ਵਿੱਚ ਮੁਸ਼ਕ ਆਉਣ ਲੱਪੀ ਨਾ ਜੀ, ਤੇ ਗੁਆਂਢੀ ਇਕੱਠੇ ਹੋ ਕੇ ਮੇਰੇ ਕੋਲ ਆਏ। ਉਹਨਾਂ ਨੇ ਮੈਨੂੰ ਆ ਕੇ ਦੱਸਿਆ ਤੇ ਫਿਰ ਅਸੀਂ ਬੰਦੇ ਇਕੱਠੇ ਕੀਤੇ, ਜਾ ਕੇ ਬੂਹਾ ਖੋਲਿਆ ਤੇ ਲਾਸ਼ ਮੁਸ਼ਕਾਂ ਮਾਰੇ ਜੀ। ਫਿਰ ਜਾ ਕੇ ਪੁਲਿਸ ਚੌਂਕੀ ਦੱਸਿਆ, ਹਸਪੀਟਲ ਗਏ, ਉੱਥੋਂ ਜਾ ਕੇ ਬੰਦੇ ਲਿਆਂਦੇ, ਕਈ ਨਾ ਇਕੱਠਾ ਕਰ ਕਰਕੇ ਉਹਨੂੰ ਪਲਾਸਟਿਕ ਦੀ ਬੋਰੀ 'ਚ ਪਾਇਆ ਤੇ ਨਹਾਉਣ ਧੋਣ ਵਾਲੀ ਤਾਂ ਗੱਲ ਕੋਈ ਹੈ ਨਹੀਂ ਸੀ ਜੀ। ਕਹਿੰਦੇ ਜੇ ਕੋਈ ਇਹਦਾ ਹੈ ਤਾਂ ਪਤਾ ਕਰ ਦਿਓ, ਨਹੀਂ ਤੇ ਪਿੰਡ ਵੱਲੋਂ ਸੰਸਕਾਰ ਕਰ ਦਿੰਦੇ ਆ। ਤਾਂ ਹੀ ਆਏ ਆ ਜੀ। ਇਹਨਾਂ ਨੇ ਆਪਣੀ ਬੇਟੀ ਨੂੰ ਸੱਦਣਾ ਹੋਊਗਾ ਜੀ। ਤੁਸੀਂ ਕਿਰਨ ਬੇਟੀ ਨੂੰ ਦੱਸਣਾ ਹੋਣਾ। ਨਹੀਂ, ਮੈਂ ਨਹੀਂ ਚਾਹੁੰਦੀ ਕਿ ਉਹਦਾ ਕਾਲਾ ਪਰਛਾਵਾਂ ਮੇਰੇ ਬੱਚਿਆਂ ਤੇ ਪਵੇ। ਚਲੋ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗੇ ਜੀ। ਹੁਣ ਕੀ ਕਰਨਾ? ਸੁਪਨ, ਚੱਲਣਾ ਬੇਟੇ ਆਪਾਂ। ਠੀਕ ਆ ਜੀ, ਫਿਰ ਮੈਂ ਮਾਸੀ ਨੂੰ ਲੈ ਕੇ ਆਉਣਾ। ਚਲੋ।
ਚੱਲੀਏ ਆਪਾਂ ਵੀ। ਉਹ ਆ ਗਏ ਜੀ ਮਾਂ ਦਲੇਰ ਕੌਰ ਜੀ। ਮੈਂ ਤਾਂ 2-3 ਦਿਨਾਂ ਦੀ ਆਂਦੀ ਸੀ, ਮੁਸ਼ਕ ਆਉਂਦਾ ਹਾਕਮ ਦੇ ਘਰੋਂ। ਵੇਖ ਲਓ, ਆ ਤਾਂ ਪਤਾ ਹੀ ਨਹੀਂ ਸੀਗਾ, ਨਹੀਂ ਤਾਂ ਕੁੰਡਾ ਖੋਲ ਕੇ ਹੀ ਵੇਖ ਲੈਂਦੇ। ਹਾਂ ਮੁਸ਼ਕੀ ਪਈ ਸੀ, ਸੁੰਡੀਆਂ ਕਰਬਲ ਕਰਬਲ ਕਰਦੀਆਂ ਸੀ। ਤਾਂ ਨੰਗਿਆ ਨਹੀਂ ਸੀ ਜਾਂਦਾ, ਨਹਾਉਣ ਧੋਣ ਵਾਲੀ ਤਾਂ ਹੈ ਹੀ ਨਹੀਂ ਸੀ। ਇਹ ਤਾਂ ਹਸਪਤਾਲ ਵਾਲਿਆਂ ਦੇ ਮੁੰਡਿਆਂ ਨੇ ਕਈਆਂ ਨਾਲ ਚੁੱਕ ਕੇ ਪਲਾਸਟਿਕ ਦੀ ਬੋਰੀ ਵਿੱਚ ਪਾ ਲਈ, ਨਹੀਂ ਤਾਂ ਕੋਈ ਨਾਲ ਜਾਣ ਨੂੰ ਤਾਂ ਤਿਆਰ ਨਹੀਂ ਸੀ ਲਾਗੇ ਲੱਗਣ ਨੂੰ। ਚਲੋ ਜੋ ਵੀ ਸੀ ਹੋਇਆ ਤਾਂ ਮਾੜਾ ਹੀ ਆ। ਮਾੜਾ ਤਾਂ ਹੋਇਆ, ਬੰਦੇ ਦਾ ਮਰਨਾ ਮਾੜਾ ਹੀ ਹੁੰਦਾ। ਹੋਰ ਕੀ। ਮੈਂ ਨਹੀਂ ਰੱਖਣਾ ਇਹ ਪੱਥਰ ਆਪਣੇ ਘਰੇ। ਮਰੀ ਹੋਈ ਕੁੜੀ ਜੰਮੀ ਤੇ ਬਹੁਤ ਰੋਏ, ਬਹੁਤ ਰੋਏ। ਮਾੜਾ ਨਹੀਂ ਹੋਇਆ, ਕੁਛ ਮਾੜਾ ਨਹੀਂ ਹੋਇਆ। ਮਾੜਾ ਤਾਂ ਉਦੋਂ ਹੋਇਆ ਸੀ ਜਦੋਂ ਇੱਕ ਕਾਤਲ ਬਣਿਆ ਸੀ ਮੇਰੀ ਪਹਿਲੀ ਧੀ ਦਾ। ਮੇਰੀ ਕੁੱਖ 'ਚ ਮਾਰ ਦਿੱਤੀ ਸੀ ਇਹਨੇ ਮੇਰੀ ਧੀ। ਮਾੜਾ ਤਾਂ ਉਦੋਂ ਹੋਇਆ ਸੀ ਜਦੋਂ ਇਹ ਮੇਰੀ ਦੂਜੀ ਧੀ ਦਾ ਕਾਤਲ ਬਣਿਆ। ਗਲ ਘੁੱਟ ਕੇ ਦੱਬਿਆ ਸੀ ਉਹਨੂੰ ਤੇ ਮੈਨੂੰ ਆਖ ਦਿੱਤਾ ਸੀ ਕਿ ਮਰੀ ਜੰਮੀ ਹੈ। ਮੇਰਾ ਕਾਲਜਾ ਪਾਟ ਗਿਆ ਸੀ ਉਦੋਂ। ਮਾੜਾ ਤਾਂ ਉਦੋਂ ਹੋਇਆ ਸੀ ਜਦੋਂ ਮੇਰੀ ਤੀਜੀ ਧੀ ਕਿਰਨ ਨੂੰ ਵੀ ਲੈ ਚੱਲਿਆ ਸੀ ਇਹ ਨੱਪਣ ਵਾਸਤੇ। ਉਦੋਂ ਮੇਰੇ ਅੰਦਰ ਦੀ ਔਰਤ ਜਾਗੀ, ਉਹਨੇ ਜ਼ੁਬਾਨ ਖੋਲੀ ਸੀ ਕਿ ਮੈਂ ਨਹੀਂ ਹੋਣ ਦਿਆਂਗੀ, ਮੈਂ ਨਹੀਂ ਹੋਣ ਦਿਆਂਗੀ। ਉਸ ਦਿਨ ਇਹਦਾ ਤੇ ਮੇਰਾ ਰਿਸ਼ਤਾ ਖਤਮ ਹੋ ਗਿਆ ਸੀ। ਅੱਜ ਜੇ ਮੈਂ ਇੱਥੇ ਆਈ ਹਾਂ ਤਾਂ ਮੈਂ ਇਹਦੀ ਪਤਨੀ ਹੋਣ ਦੇ ਨਾਤੇ ਨਹੀਂ, ਸਗੋਂ ਇੱਕ ਜਾਗਦੀ ਜ਼ਮੀਰ ਵਾਲੀ ਔਰਤ ਹੋਣ ਦੇ ਨਾਤੇ। ਕਿਉਂਕਿ ਪਾਪ ਨੂੰ ਸਾੜਨ ਲਈ ਕਿਸੇ ਇਨਸਾਨ ਦੀ ਜ਼ਰੂਰਤ ਹੁੰਦੀ ਹੈ ਤੇ ਉਸ ਜ਼ਰੂਰਤ ਨੂੰ ਮੈਂ ਪੂਰੀਆਂ ਕਰਾਂਗੀ। ਮੈਂ ਪੂਰੀਆਂ ਕਰਾਂਗੀ ਉਸ ਜ਼ਰੂਰਤ ਨੂੰ। ਇਹ ਕੰਮ ਮੈਂ ਕਰਾਂਗੀ।
करके मैं जी नहीं सकती। ਦਲੇਰ ਕੌਰ ਤੇ ਸੁਪਨ ਦੀ ਜ਼ਿੰਦਗੀ ਦਾ ਸਫ਼ਰ ਅਜੇ ਖਤਮ ਨਹੀਂ ਹੋਇਆ। ਉਹ ਤੁਹਾਨੂੰ ਫਿਰ ਮਿਲਣਗੇ ਕਿਸੇ ਨਵੇਂ ਮੋੜ ਤੇ, ਕਿਸੇ ਨਵੇਂ ਰੂਪ ਵਿੱਚ, ਕਿਸੇ ਹੋਰ ਸਮੱਸਿਆ ਨੂੰ ਲੈ ਕੇ। ਤੇ ਜਿੰਨੀ ਦੇਰ ਤੱਕ ਇਹ ਸੰਘਰਸ਼ ਰਲ ਮਿਲ ਕੇ ਕਾਫਲੇ ਦਾ ਰੂਪ ਨਹੀਂ ਧਾਰਦਾ, ਉਹ ਤੁਹਾਡੀਆਂ ਬਰੂਹਾਂ ਤੇ ਦਸਤਕ ਦਿੰਦੇ ਰਹਿਣਗੇ। देश दिया सरहदां दे पानी रखे असी खून बहाया, घरां दिया सरहदां यारो है पर भेद किसे ना पाया। देश दे वीर जवान घरां घरां विच लगियां होइयां, जंगां दे तस्वीर पछाणो। ਇੱਕ 106 ਕਿਸ਼ਤਾਂ ਦਾ ਲੰਮਾ ਪੈਂਡਾ ਤੈਅ ਕਰਨ ਵਾਲੇ ਇਸ ਚਰਚਿਤ ਲੜੀਵਾਰ ਨਾਟਕ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਲੱਖਾਂ ਪੰਜਾਬੀਆਂ ਤੇ ਮਹਾਨ ਹਸਤੀਆਂ ਨੇ ਸਲਾਮ ਕੀਤੇ। ਦੇਸ਼ਾਂ ਵਿਦੇਸ਼ਾਂ ਵਿੱਚ ਅਵਾਰਡ ਮਿਲੇ, ਸਨਮਾਨ ਮਿਲੇ ਤੇ ਅਮਰੀਕਾ ਦੇ ਟੈਲੀਵਿਜ਼ਨ ਚੈਨਲਾਂ ਤੇ ਸੁਪਨ ਦੇ ਰੂਬਰੂ ਹੋਏ। ਸੁਪਨ ਦਾ ਸੁਪਨਾ ਸੀ ਮੇਰੇ ਪੰਜਾਬ ਤੋਂ ਤੱਤੀਆਂ ਹਵਾਵਾਂ ਦੂਰ ਰਹਿਣ ਤੇ ਠੰਡੀਆਂ ਛਾਵਾਂ ਮੁੜ ਪਰਤ ਆਉਣ। ਤੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਮੈਨੂੰ ਤੁਹਾਡੇ ਸਭ ਦੇ ਸਾਥ ਦੀ ਜ਼ਰੂਰਤ ਹੈ। ਆਓ ਸਾਰੇ ਰਲ ਕੇ ਇਸ ਸੁਪਨੇ ਨੂੰ ਸਾਕਾਰ ਕਰਨ ਦੇ ਯਤਨ ਕਰੀਏ। ਇਹੋ ਹੀ ਸਾਡੇ ਸਭ ਦੇ ਦਿਲਾਂ ਵਿੱਚ ਵਸ ਚੁੱਕੇ ਇਸ ਪਿਆਰੇ ਕਲਾਕਾਰ ਨੂੰ ਸੱਚੀ ਸ਼ਰਧਾਂਜਲੀ ਹੈ।